CNA ਜਿਹੜਾ ਸਕੋਰ ਸੀਗਾ ਉਸ ਦੇ ਵਿੱਚ ਕਾਫੀ ਹੱਦ ਤੱਕ ਕਟੌਤੀ ਦੇਖਣ ਨੂੰ ਮਿਲੀ ਹੈ, ਯਾਨੀ ਕਿ 72 ਜਿਹੜਾ ਉਹ ਸਕੋਰ ਚੁੱਕਿਆ ਗਿਆ। ਸੀਆਰਾ ਸਕੋਰ ਜਿਹੜਾ ਉਹ 72 ਆਇਆ ਔਰ ਜਿਸ ਨੂੰ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹਨਾਂ ਲਈ ਹੈਰਾਨੀ ਵਾਲੀ ਇਹ ਗੱਲ ਸੀਗੀ ਔਰ ਤਕਰੀਬਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੱਕੇ ਹੋ ਗਏ ਨੇ। ਲੱਖਾਂ ਦੀ ਗਿਣਤੀ 'ਚ ਸਟੂਡੈਂਟਸ ਆਉਂਦੇ ਨੇ, ਅਪਰੋਕਸੀਮੇਟਲੀ 3 ਲੱਖ ਤੋਂ ਲੈ ਕੇ 4 ਲੱਖ ਸਟੂਡੈਂਟ ਹਰ ਸਾਲ ਕੈਨੇਡਾ 'ਚ ਆਉਂਦੇ ਨੇ, ਰਾਈਟ। ਬਟ ਜਿਹੜਾ ਉਹਨਾਂ ਨੇ ਪ੍ਰੋਗਰਾਮ ਡਿਜ਼ਾਈਨ ਕੀਤਾ ਹੈਗਾ ਐਕਸਪ੍ਰੈਸ ਐਂਟਰੀ ਦਾ, honestly it's not easy। 2 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਗਵਰਨਮੈਂਟ ਉਹਨਾਂ ਨੂੰ 3 ਸਾਲ ਦਾ ਓਪਨ ਵਰਕ ਪਰਮਿਟ ਦਿੰਦੀ ਹੈਗੀ, ਫਿਰ ਉਹ ਇੱਥੇ ਕੰਮ ਕਰਦੇ ਨੇ, ਫਿਰ PR ਲਈ ਕੁਆਲੀਫਾਈ ਕਰਦੇ ਨੇ, ਪ੍ਰੋਫਾਈਲ ਕ੍ਰੀਏਟ ਕਰਦੇ ਨੇ। ਬਟ ਜਿਹੜਾ ਐਕਸਪ੍ਰੈਸ ਐਂਟਰੀ ਦਾ ਜਿਹੜਾ ਪ੍ਰੋਗਰਾਮ ਹੈਗਾ ਗਵਰਨਮੈਂਟ ਨੇ ਇੱਦਾਂ ਦਾ ਡਿਜ਼ਾਈਨ ਕੀਤਾ ਹੈਗਾ ਕਿ ਐਜੂਕੇਸ਼ਨ ਦੇ ਕਾਫੀ ਪੁਆਇੰਟਸ ਉਹਨਾਂ ਨੇ ਅਵਾਰਡ ਕੀਤੇ ਨੇ। ਕੋਈ ਕੈਲਗਰੀ ਨੂੰ ਜਾ ਰਿਹਾ ਹੈ, ਕੋਈ ਐਲਬਰਟਾ ਦਾ ਕੁਝ ਸਰਚ ਕਰ ਰਿਹਾ ਹੈ, ਔਰ ਜਦੋਂ ਮੇਰਾ ਵਾਕਈ ਉਹਨਾਂ ਨੂੰ ਸਵਾਲ ਸੀ ਵੀ ਤੁਸੀਂ BC 'ਚ ਕਿਉਂ ਨਹੀਂ ਰਹਿ ਰਹੇ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਦਰ ਜਿਹੜੀ ਪਲੇਸ ਹੈ, ਆਊਟਰ ਪਲੇਸ ਜਿਹੜੇ ਨੇ ਉਹਨਾਂ ਦੇ ਵਿੱਚ ਪੱਕੇ ਹੋਣਾ ਆਸਾਨ ਹੈ। ਕਈ ਬੰਦੇ ਆ ਕਲਾਇੰਟ ਆ ਰਹੇ ਸੀਗੇ, ਫੋਨ ਕਰ ਰਹੇ ਸੀਗੇ, ਮੈਸੇਜ ਕਰ ਰਹੇ ਸੀਗੇ ਕੀ ਬਣੂਗਾ ਕੀ ਨਹੀਂ ਬਣੂਗਾ। ਸੋ ਸਮਝ ਲਓ ਕਿ ਕੈਨੇਡੀਅਨ ਗਵਰਨਮੈਂਟ ਨੇ ਵੈਲੈਂਟਾਈਨ ਗਿਫਟ ਦੇ ਦਿੱਤਾ ਹੈਗਾ ਕੈਂਡੀਡੇਟਸ ਨੂੰ। 27000 ਤੋਂ ਉੱਪਰ ਫਾਈਲਾਂ ਉਹਨਾਂ ਨੇ ਚੱਕੀਆਂ ਹੈਗੀਆਂ, ਉਹਨਾਂ ਨੂੰ ਇਨਵੀਟੇਸ਼ਨ ਭੇਜੀਆਂ ਹੈਗੀਆਂ। ਦ ਕੈਂਡੀਡੇਟਸ ਜਿਨ੍ਹਾਂ ਨੂੰ ਇਨਵੀਟੇਸ਼ਨ ਆ ਗਈ ਹੈਗੀ ਉਹ ਬਹੁਤ ਖੁਸ਼ ਨੇ। ਸਾਡੇ ਵੀ ਐਟਲੀਸਟ 40 ਤੋਂ ਉੱਪਰ ਕਲਾਇੰਟਸ ਨੂੰ ਇਨਵੀਟੇਸ਼ਨ ਆਈ ਹੈਗੀ, ਬਹੁਤ ਖੁਸ਼ ਨੇ ਸਾਰੇ ਕਿ ਚਲੋ ਹੁਣ ਆਪਾਂ ਕੈਨੇਡਾ 'ਚ ਪੱਕੇ ਹੋ ਜਾਣਾ ਹੈਗਾ, ਸਾਡੀ ਫਾਈਲ ਲੱਗ ਜਾਊਗੀ। ਜਿਹੜੇ ਕੈਂਡੀਡੇਟ ਪਹਿਲਾਂ ਹੀ ਕੈਨੇਡਾ ਦੇ ਵਿੱਚ ਨੇ ਉਹ ਕੰਮ ਕਰ ਰਹੇ ਨੇ, ਉਹਨਾਂ ਦੇ ਕੋਲੇ ਜੌਬ ਆਫਰ ਹੈਗੀ, ਇੰਪਲੋਇਮੈਂਟ ਹੈਗੀ, ਉਹ ਗਵਰਨਮੈਂਟ ਵੱਲੋਂ ਕੋਈ ਬੈਨੀਫਿਟਸ ਨਹੀਂ ਲੈ ਰਹੇ ਨੇ, ਉਹ ਤਾਂ ਕੈਨੇਡੀਅਨ ਗਵਰਨਮੈਂਟ ਲਈ, ਕੈਨੇਡੀਅਨ ਇਕੋਨੋਮੀ ਲਈ ਚੰਗੀ ਚੀਜ਼ ਹੈਗੀ ਹੈ, ਰਾਈਟ। ਅਗਰ ਗਵਰਨਮੈਂਟ ਉਹਨਾਂ ਨੂੰ ਪੱਕਾ ਵੀ ਕਰ ਦੂਗੀ ਤਾਂ ਗਵਰਨਮੈਂਟ ਨੂੰ ਫਾਇਦਾ ਹੀ ਹੋਣਾ ਹੈਗਾ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ ਦ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਦਰਸ਼ਕ ਇੰਤਜ਼ਾਰ ਕਰ ਰਹੇ ਹੋਣਗੇ ਕਿ ਮਾਰਨਿੰਗ ਸ਼ੋਅ ਸ਼ੁਰੂ ਹੋਏਗਾ ਤਾਂ ਅੱਜ ਟੌਪਿਕ ਕੀ ਹੋਏਗਾ। ਬਹੁਤ ਹੀ ਇੰਟਰਸਟਿੰਗ ਟੌਪਿਕ ਹੈ ਜਿਸ ਦੇ ਉੱਤੇ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਸ ਟਾਈਮ ਤੁਸੀਂ ਵੀ ਸਾਰੇ ਸਾਡੇ ਨਾਲ ਜੁੜਿਓ। ਨੋ ਡਾਊਟ ਕਿ ਤੁਹਾਨੂੰ ਪਤਾ ਹੈ ਕਿ TV ਦੇ ਉੱਤੇ ਜਿਹੜਾ ਹੈ ਉਹ ਸਾਡਾ ਪ੍ਰੋਗਰਾਮ ਚੱਲੇਗਾ। ਇਸ ਤੋਂ ਇਲਾਵਾ ਸਾਡੇ ਜਿਹੜੇ ਹੋਰ ਪਲੇਟਫਾਰਮ ਹੈ, ਤੁਸੀਂ Facebook ਦੇ ਉੱਤੇ ਜਾ ਕੇ ਵੀ ਜਿਹੜਾ ਹੈ ਇਸ ਟਾਈਮ ਲਾਈਵ ਸਾਡਾ ਦੇਖ ਸਕਦੇ ਹੋ। ਇਸ ਟੌਪਿਕ ਦੇ ਉੱਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਜਿਸ ਬਾਰੇ ਨਾ ਸਿਰਫ ਬਲਕਿ ਕੈਨੇਡਾ ਤੋਂ ਬਾਹਰ ਦੇ ਲੋਕ ਜਿਸ ਬਾਰੇ ਜਾਣਨਾ ਚਾਹੁੰਦੇ ਨੇ, ਬਲਕਿ ਤੁਸੀਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ, ਸਟੂਡੈਂਟਸ ਰਹਿ ਰਹੇ ਨੇ, ਉਹ ਖੁਦ ਵੀ ਇਸ ਜਿਹੜਾ ਟੌਪਿਕ ਹੈ ਇਸ ਬਾਰੇ ਬਹੁਤ ਸਾਰਾ ਕੁਝ ਜਾਣਨਾ ਚਾਹੁੰਦੇ ਨੇ। ਟੌਪਿਕ ਹੈ ਜੀ ਇਮੀਗ੍ਰੇਸ਼ਨ ਜਿਹੜੇ ਹੈ ਉਸ ਬਾਰੇ। ਹੁਣ ਇਮੀਗ੍ਰੇਸ਼ਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਾਸਟ ਫਰਾਈਡੇ ਜਿਹੜਾ ਹੈ ਉਹ ਬਹੁਤ ਵੱਡੀ ਇੱਕ ਅਨਾਊਂਸਮੈਂਟ ਹੋਈ, ਬਹੁਤ ਵੱਡਾ ਜਿਹੜਾ ਇੱਕ ਬ੍ਰੇਕਿੰਗ ਨਿਊਜ਼ ਕਹਿ ਸਕਦੇ ਹਾਂ ਸਾਹਮਣੇ ਆਈ ਹੈ, ਕਿਉਂਕਿ ਇਸ ਵਾਰ ਦਾ ਜਿਹੜਾ ਸਕੋਰ ਸੀਗਾ CNA ਜਿਹੜਾ ਸਕੋਰ ਸੀਗਾ ਉਸ ਦੇ ਵਿੱਚ ਕਾਫੀ ਹੱਦ ਤੱਕ ਕਟੌਤੀ ਦੇਖਣ ਨੂੰ ਮਿਲੀ ਹੈ, ਯਾਨੀ ਕਿ 72 ਜਿਹੜਾ ਉਹ ਸਕੋਰ ਚੁੱਕਿਆ ਗਿਆ। ਸੀਆਰਾ ਸਕੋਰ ਜਿਹੜਾ ਹੈ ਉਹ 72 ਆਇਆ ਔਰ ਜਿਸ ਨੂੰ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹਨਾਂ ਲਈ ਹੈਰਾਨੀ ਵਾਲੀ ਇਹ ਗੱਲ ਸੀਗੀ ਔਰ ਤਕਰੀਬਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੱਕੇ ਹੋ ਗਏ ਨੇ। ਔਰ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਆਈ ਥਿੰਕ ਜਦੋਂ ਲਾਸਟ ਟਾਈਮ ਦੇ ਵਿੱਚ ਜਦੋਂ ਇਹ ਸਕੋਰ ਆਇਆ ਸੀਗਾ ਤਾਂ ਸੀਆਰਾ ਸਕੋਰ ਉਸ ਟਾਈਮ ਦੇ ਵਿੱਚ 400 ਤੋਂ ਵੀ ਉੱਪਰ ਇਹ ਕਿਹਾ ਜਾ ਰਿਹਾ ਸੀ, ਮਿਨੀਮਮ 445 ਦੇ ਕਰੀਬ, ਤੇ ਇਸ ਵਾਰ ਸਿਰਫ 72 ਦੇ ਉੱਤੇ ਕਈ ਫਾਈਲਾਂ ਚੁੱਕੀਆਂ ਗਈਆਂ ਤੇ ਲੋਕ ਪੱਕੇ ਹੋ ਗਏ। ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੇ ਸਵਾਲ ਲੋਕਾਂ ਦੇ ਮਨ ਦੇ ਵਿੱਚ ਨੇ। ਕਈ ਲੋਕ ਜਿਹੜੇ ਇੱਥੇ ਆਲਰੇਡੀ ਰਹਿ ਰਹੇ ਨੇ ਪਰ ਅਜੇ ਪੱਕੇ ਨਹੀਂ ਹੋਏ, ਉਹਨਾਂ ਦੇ ਬਹੁਤ ਸਾਰੇ ਸਵਾਲ ਨੇ। ਕਈ ਲੋਕ ਇੱਥੇ ਆਉਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ, ਕੈਨੇਡਾ ਦੇ ਇਮੀਗ੍ਰੇਸ਼ਨ ਚਾਹੁੰਦੇ ਨੇ, ਉਹਨਾਂ ਦੇ ਵੀ ਬਹੁਤ ਸਾਰੇ ਸਵਾਲ ਨੇ ਕਿ ਕਿਵੇਂ ਆਉਣਾ ਚਾਹੀਦਾ ਹੈ, ਕੀ ਵੇ ਆਊਟ ਹੈ, ਜਾਂ ਫਿਰ ਕੋਵਿਡ ਦੇ ਦੌਰਾਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਉਸ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਚੇਂਜਸ ਆਏ ਨੇ ਔਰ ਇਸੇ ਲਈ ਫਾਈਲਾਂ ਵੀ ਰੁਕੀਆਂ ਹੋਈਆਂ ਸੀ, ਇਮੀਗ੍ਰੇਸ਼ਨ ਪ੍ਰੋਪਰ ਰੁਕੀ ਹੋਈ ਸੀ। ਹੁਣ ਦੇ ਹਾਲਾਤ ਜਿਹੜੇ ਕੀ ਕਹਿ ਰਹੇ ਨੇ ਔਰ ਸਪੈਸ਼ਲੀ ਜਦੋਂ ਹੁਣ ਫਾਈਲਾਂ ਚੁੱਕੀਆਂ ਜਾਣੀਆਂ ਤਾਂ ਉਹ ਕੀ ਹੋ ਸਕਦਾ, ਉਸ ਦੇ ਵਿੱਚ ਅੱਗੇ ਦਾ ਜਿਹੜਾ ਇਮੀਗ੍ਰੇਸ਼ਨ ਸਕੋਰ ਕਿੰਨਾ ਜਾ ਸਕਦਾ ਹੈ, ਇਸ ਸਾਰੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਮੀਗ੍ਰੇਸ਼ਨ ਜਿਹੜੇ ਨੇ ਕੰਸਲਟੈਂਟ ਇਸ ਟਾਈਮ ਜੁੜੇ ਹੋਏ ਨੇ, ਜਿਹੜੇ ਕੀ ਕਹਿ ਸਕਦੇ ਹਾਂ ਕਿ ਕੈਨਐਕਸ ਇਮੀਗ੍ਰੇਸ਼ਨ ਤੋਂ ਨੇ, ਅਨੁਜ ਸੈਂਗਰ ਨੇ, ਜਿਨ੍ਹਾਂ ਦੇ ਨਾਲ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਾਂਗੀ ਕਿ ਤੁਹਾਡੇ ਵੀ ਜਿਹੜੇ ਕੋਈ ਸਵਾਲ ਨੇ ਤੁਸੀਂ Facebook ਦੇ ਉੱਤੇ ਆਪਣੇ ਸਵਾਲ ਲਿਖੋ ਔਰ ਮੇਰੀ ਕੋਸ਼ਿਸ਼ ਹੈ ਕਿ ਮੈਂ Facebook ਦੇ ਉੱਤੇ ਕੰਟੀਨਿਊ ਜੁੜੀ ਰਹਾਂ ਔਰ Facebook ਲਗਾਤਾਰ ਚੈੱਕ ਕਰਦੀ ਰਹਾਂ ਤਾਂ ਕਿ ਜਿਹੜੇ ਤੁਹਾਡੇ ਸਵਾਲ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਵੀ ਹੋਣਗੇ, ਤੁਹਾਡੀ ਫਾਈਲ ਲੱਗੀ ਹੋਈ, ਚਾਹੇ ਤੁਸੀਂ ਵਿਜ਼ਟਰ ਹੋ, ਚਾਹੇ ਤੁਸੀਂ ਵਰਕ ਪਰਮਿਟ ਤੇ ਹੋ, ਚਾਹੇ ਤੁਸੀਂ LMIA ਖਰੀਦਣ ਦਾ ਸੋਚ ਰਹੇ ਹੋ ਜਾਂ ਵਟਐਵਰ ਕੁਝ ਵੀ ਹੈ, ਤੁਸੀਂ ਉਸ ਰਿਗਾਰਡਿੰਗ ਜਿਹੜਾ Facebook ਦੇ ਉੱਤੇ ਪਾਓ ਆਪਣੇ ਸਵਾਲ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਅਨੁਜ ਹੋਰਾਂ ਤੋਂ ਆਪਾਂ ਇਹਨਾਂ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਲੈ ਸਕੀਏ। ਸੋ ਅਨੁਜ ਜੀ ਨਾਲ ਗੱਲ ਕਰਦੇ ਹਾਂ। ਅਨੁਜ ਸੈਂਗਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਗੁੱਡ ਮਾਰਨਿੰਗ ਸ਼ੈਰੀ ਜੀ, ਵੇਖਣ ਵਾਲੇ ਸਾਰੇ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ
एंड गुड मॉर्निंग थैंक जी यू अनुज जी बिल्कुल बहुत ਜ਼ਰੂਰੀ ਹੋ ਗਿਆ ਸੀ ਇਸ ਬਾਬਤ ਗੱਲਬਾਤ ਕਰਨਾ ਕਿਉਂਕਿ ਲੋਕ ਵੀ ਜਾਣਨਾ ਚਾਹੁੰਦੇ ਸੀ ਕਿ ਜਿਹੜਾ ਲਾਸਟ ਸਕੋਰ ਅਸੀਂ ਦੇਖਿਆ ਕਿ 72 ਆ ਗਿਆ। अनुज जी ਇਹਦੇ ਬਾਰੇ ਸਾਰੀ ਜਾਣਕਾਰੀ ਦਿਓ ਕਿ ਇਹ ਕਿਵੇਂ ਹੋਇਆ ਔਰ ਲੋਕ ਕਿੰਨੇ ਪੱਕੇ ਹੋ ਗਏ। ਹੁਣ ਜਿਹੜੇ ਲੋਕ ਪੱਕੇ ਹੋ ਗਏ ਨੇ ਜਿਨ੍ਹਾਂ ਨੂੰ ਐਪਲੀਕੇਸ਼ਨਸ ਜਾ ਚੁੱਕੀਆਂ ਨੇ ਉਹਨਾਂ ਦਾ ਅਗਲਾ ਪ੍ਰੋਸੈਸ ਜਿਹੜਾ ਉਹ ਕਿਵੇਂ ਤੇ ਕੀ ਉਸ ਵਿੱਚ ਉਹਨਾਂ ਨੂੰ ਜ਼ਰੂਰਤ ਹੋਏਗੀ। ਓਕੇ ਬਹੁਤ ਇੰਟਰਸਟਿੰਗ ਕੁਐਸਚਨ ਹੈਗਾ ਕਿਉਂਕਿ ਜਦੋਂ ਕੱਲ ਸਾਡਾ ਆਫਿਸ ਖੁੱਲਿਆ ਸੀਗਾ ਵੀ ਵਰ ਗੈਟਿੰਗ ਅ ਲੋਟ ਆਫ ਫੋਨ ਕਾਲਸ ਕਈ ਬੰਦੇ ਕਲਾਇੰਟ ਆ ਰਹੇ ਸੀਗੇ ਫੋਨ ਕਰ ਰਹੇ ਸੀਗੇ ਮੈਸੇਜ ਕਰ ਰਹੇ ਸੀਗੇ ਕੀ ਬਣੂਗਾ ਕੀ ਨਹੀਂ ਬਣੂਗਾ ਸੋ ਸਮਝ ਲਓ ਕਿ ਕੈਨੇਡੀਅਨ ਗਵਰਨਮੈਂਟ ਨੇ ਵੈਲੈਂਟਾਈਨ ਗਿਫਟ ਦੇ ਦਿੱਤਾ ਹੈਗਾ ਕੈਂਡੀਡੇਟਸ ਨੂੰ 27000 ਤੋਂ ਉੱਪਰ ਫਾਈਲਾਂ ਉਹਨਾਂ ਨੇ ਚੱਕੀਆਂ ਹੈਗੀਆਂ ਉਹਨਾਂ ਨੂੰ ਇਨਵੀਟੇਸ਼ਨ ਭੇਜੀਆਂ ਹੈਗੀਆਂ ਜੀ। ਅਗਰ ਤੁਸੀਂ ਮੈਨੂੰ ਪੁੱਛੋ ਕਿ ਗਵਰਨਮੈਂਟ ਦਾ ਜਿਹੜਾ ਮੂਵ ਸੀਗਾ ਵਧੀਆ ਸੀਗਾ ਜਾਂ ਕਿ ਮਾੜਾ ਸੀਗਾ ਇਹਦੇ ਬਾਰੇ ਮੈਂ ਆਪਦੀ ਪਰਸਨਲ ਰਾਏ ਦੱਸਣਾ ਚਾਹਾਂਗਾ। ਬਿਲਕੁਲ ਬਿਲਕੁਲ ਪਲੀਜ਼। ਸੋ ਦਿਸ ਇਜ਼ ਗੁੱਡ ਫॉर ਦ ਕੈਂਡੀਡੇਟਸ ਜਿਨ੍ਹਾਂ ਨੂੰ ਇਨਵੀਟੇਸ਼ਨ ਆ ਗਈ ਹੈਗੀ ਉਹ ਬਹੁਤ ਖੁਸ਼ ਨੇ। ਸਾਡੇ ਵੀ ਐਟਲੀਸਟ 40 ਤੋਂ ਉੱਪਰ ਕਲਾਇੰਟਸ ਨੂੰ ਇਨਵੀਟੇਸ਼ਨ ਆਈ ਹੈਗੀ ਬਹੁਤ ਖੁਸ਼ ਨੇ ਸਾਰੇ ਕਿ ਚਲੋ ਹੁਣ ਆਪਾਂ ਕੈਨੇਡਾ 'ਚ ਪੱਕੇ ਹੋ ਜਾਣਾ ਹੈਗਾ ਸਾਡੀ ਫਾਈਲ ਲੱਗ ਜਾਊਗੀ। ਬਿਲਕੁਲ ਬਟ ਮੈਂ ਪਰਸਨਲੀ ਕਹਿ ਸਕਦਾ ਕਿ ਗਵਰਨਮੈਂਟ ਦਾ ਜਿਹੜਾ ਆ ਮੂਵ ਸੀਗਾ ਸਮਾਰਟ ਮੂਵ ਨਹੀਂ ਸੀਗਾ। ਓਕੇ it was not a fair invitation ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਜਿਹੜਾ ਕੱਟ ਆਫ ਗਿਆ ਹੈਗਾ 75 ਇੰਨਾ ਕੱਟ ਕਿਉਂ ਗਿਆ ਹੈਗਾ। ਸੋ ਪ੍ਰੈਕਟੀਕਲੀ ਅਗਰ ਆਪਾਂ ਗੱਲ ਕਰੀਏ ਕਿ ਕਿਉਂ ਗਿਆ ਤੇ ਗਵਰਨਮੈਂਟ ਨੇ ਸੋਚਿਆ ਕਿ ਜਿਹੜੇ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕੈਂਡੀਡੇਟਸ ਕੁਆਲੀਫਾਈ ਕਰਦੇ ਨੇ ਸਾਰਿਆਂ ਨੂੰ ਇਨਵਾਈਟ ਕਰ ਦਿੰਦੇ ਆ ਰਾਈਟ। ਉਹਨੇ ਬੰਦੇ ਸੀਗੇ ਪੂਲ ਦੇ ਵਿੱਚ ਸਾਰਿਆਂ ਨੂੰ ਚੱਕ ਲਿਆ ਉਹਨਾਂ ਨੇ ਸਾਰਿਆਂ ਨੂੰ ਇਨਵੀਟੇਸ਼ਨ ਆ ਗਈ ਹੈਗੀ ਠੀਕ ਹੈ। ਰੀਜ਼ਨ ਕਈ ਨੇ। ਪਹਿਲਾਂ ਹੈਗਾ ਕਿ ਗਵਰਨਮੈਂਟ ਦੀ ਜਿਹੜੀ ਟਰੈਵਲ ਰੈਸਟ੍ਰਿਕਸ਼ਨਸ ਚੱਲ ਰਹੀਆਂ ਹੈਗੀਆਂ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈਗੀ ਕਿ ਕੈਨੇਡਾ ਦੇ ਵਿੱਚ ਘੱਟ ਤੋਂ ਘੱਟ ਲੋਕੀ ਆਉਣ ਇੱਥੇ। ਇਵਨ ਹੁਣ ਕੋਵਿਡ ਦਾ ਟੈਸਟ ਵੀ ਉਹਨਾਂ ਨੇ ਮੈਂਡੇਟਰੀ ਕੀਤਾ ਹੈਗਾ। ਸਭ ਤੋਂ ਇੰਪੋਰਟੈਂਟ ਗੱਲ ਹੈਗੀ ਜਿਹੜੇ ਸਟੂਡੈਂਟ ਪਹਿਲਾਂ ਜਿਨ੍ਹਾਂ ਨੂੰ ਸਟੂਡੈਂਟ ਵੀਜ਼ਾ ਇਸ਼ੂ ਹੋਇਆ ਸੀਗਾ ਉਹਨਾਂ ਨੂੰ ਵੀ ਐਂਟਰ ਨਹੀਂ ਕਰਨ ਦਿੰਦੇ ਸੀਗੇ ਲਾਸਟ ਈਅਰ ਹੁਣ ਹੌਲੀ ਹੌਲੀ ਅਲਾਉ ਕਰ ਰਹੇ ਨੇ। ਤੇ ਕਹਿਣ ਦਾ ਮਤਲਬ ਹੈਗਾ ਕਿ ਜਿਹੜੀ ਐਂਟਰੀ ਹੈਗੀ ਫੋਰਨ ਨੈਸ਼ਨਲਸ ਦੀ ਉਹ ਬਹੁਤ ਘੱਟ ਹੋ ਗਈ ਸੀਗੀ। ਦੂਜੀ ਗੱਲ ਜਿਹੜੇ ਫੈਡਰਲ ਸਕਿੱਲ ਵਰਕਰ ਕੈਂਡੀਡੇਟ ਸੀਗੇ ਜਿਨ੍ਹਾਂ ਨੂੰ PR ਵੀਜ਼ਾ ਇਸ਼ੂ ਹੋਇਆ ਸੀਗਾ ਲਾਸਟ ਈਅਰ ਅਪਰੋਕਸੀਮੇਟਲੀ 40000 ਐਪਲੀਕੈਂਟਸ PR ਵੀਜ਼ਾ ਹੋਲਡਰਸ ਉਹਨਾਂ ਨੂੰ ਐਂਟਰੀ ਕੈਨੇਡਾ ਦੇ ਵਿੱਚ ਨਹੀਂ ਮਿਲੀ। ਤੇ ਹੁਣ ਵੀ ਜਿਹੜੀ ਫਾਈਲਾਂ ਬਾਹਰ ਤੋਂ ਲੱਗੀਆਂ ਹੈਗੀਆਂ ਐਕਸਪ੍ਰੈਸ ਐਂਟਰੀ ਦੇ ਥਰੂ ਉਹਨਾਂ ਦਾ ਡਿਸੀਜਨ ਨਹੀਂ ਆ ਰਿਹਾ ਹੈਗਾ। ਗਵਰਨਮੈਂਟ ਨੂੰ ਆਪਦਾ ਟਾਰਗੇਟ ਪੂਰਾ ਕਰਨਾ ਹੈਗਾ। ਇਮੀਗ੍ਰੇਸ਼ਨ ਮਿਨਿਸਟਰ ਨੇ ਜਿਹੜੀ ਕਮਿਟਮੈਂਟ ਕੀਤੀ ਹੈਗੀ ਕਿ ਹਰ ਸਾਲ ਆਪਾਂ ਇੰਨੇ ਐਪਲੀਕੈਂਟਸ ਨੂੰ PR ਦੇਣੀ ਹੈਗੀ ਤੇ ਉਹ ਕਮਿਟਮੈਂਟ ਨੂੰ ਪੂਰਾ ਕਰਨ ਲਈ ਉਹਨਾਂ ਨੇ ਸੋਚਿਆ ਕਿ ਚਲੋ ਠੀਕ ਹੈ ਜਦੋਂ ਬਾਹਰ ਤੋਂ ਬੰਦੇ ਨਹੀਂ ਆ ਰਹੇ ਹੈਗੇ ਤੇ ਆਪਾਂ ਨੂੰ ਟਾਰਗੇਟ ਪੂਰਾ ਕਰਨਾ ਹੀ ਹੈਗਾ। ਆਪਾਂ ਕਿਉਂ ਨਾ ਕਰੀਏ ਕਿ ਜਿਹੜੇ ਕੈਂਡੀਡੇਟਸ ਕੈਨੇਡਾ ਦੇ ਵਿੱਚ ਪਹਿਲਾਂ ਹੀ ਕੰਮ ਕਰ ਰਹੇ ਨੇ ਸਾਡੇ ਕੋਲੇ ਆਪਾਂ ਉਹਨਾਂ ਨੂੰ ਇਨਵੀਟੇਸ਼ਨ ਭੇਜ ਦਿੰਦੇ ਆ। ਬਿਲਕੁਲ ਰਾਈਟ ਸਾਡਾ ਟਾਰਗੇਟ ਵੀ ਪੂਰਾ ਹੋ ਜਾਊਗਾ ਪਲੱਸ ਜਿਹੜੇ ਸਟੂਡੈਂਟਸ ਨੇ ਵਰਕਰਸ ਨੇ ਜਿਹੜੇ ਔਖੇ ਹੋ ਰਹੇ ਨੇ ਵਿਚਾਰਿਆਂ ਤੋਂ ਕੁਝ ਬਣ ਰਹੀ ਹੈਗਾ ਤੇ ਕੱਟ ਆਫ ਜਦੋਂ ਲੋ ਜਾਊਗਾ ਉਹਨਾਂ ਨੂੰ ਇਨਵੀਟੇਸ਼ਨ ਆਊਗੀ ਉਹ ਪੱਕੇ ਹੋ ਜਾਣਗੇ ਕਿਉਂਕਿ ਉਹਨਾਂ ਨੇ ਇੱਥੇ ਰਹਿ ਕੇ ਫਾਈਲਾਂ ਲਗਾਈਆਂ ਹੀ ਹੋਈਆਂ ਸੀ ਸਾਰਿਆਂ ਨੇ। ਆਫ ਕੋਰਸ ਦੂਜਾ ਫੈਕਟਰ ਹੈਗਾ ਅਨਇੰਪਲੋਇਮੈਂਟ ਰੇਟ ਕਿਉਂਕਿ ਜਿਹੜੇ ਕੈਂਡੀਡੇਟ ਪਹਿਲਾਂ ਹੀ ਕੈਨੇਡਾ ਦੇ ਵਿੱਚ ਨੇ ਉਹ ਕੰਮ ਕਰ ਰਹੇ ਨੇ ਉਹਨਾਂ ਦੇ ਕੋਲੇ ਜੌਬ ਆਫਰ ਹੈਗੀ ਇੰਪਲੋਇਮੈਂਟ ਹੈਗੀ ਉਹ ਗਵਰਨਮੈਂਟ ਵੱਲੋਂ ਕੋਈ ਬੈਨੀਫਿਟਸ ਨਹੀਂ ਲੈ ਰਹੇ ਨੇ ਉਹ ਤਾਂ ਕੈਨੇਡੀਅਨ ਗਵਰਨਮੈਂਟ ਲਈ ਕੈਨੇਡੀਅਨ ਇਕਨੋਮੀ ਲਈ ਚੰਗੀ ਚੀਜ਼ ਹੈਗੀ ਆ ਰਾਈਟ। ਅਗਰ ਗਵਰਨਮੈਂਟ ਉਹਨਾਂ ਨੂੰ ਪੱਕਾ ਵੀ ਕਰ ਦਊਗੀ ਤਾਂ ਗਵਰਨਮੈਂਟ ਨੂੰ ਫਾਇਦਾ ਹੀ ਹੋਣਾ ਹੈਗਾ ਇਹ 'ਚ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਹੈਗਾ ਰਾਈਟ। ਅਗਰ ਆਪਾਂ ਦੂਜੇ ਪੱਖੋਂ ਸੋਚੀਏ ਅਗਰ ਗਵਰਨਮੈਂਟ ਜਿਹੜੇ ਕੈਂਡੀਡੇਟ ਨੇ ਬਾਹਰ ਤੋਂ ਬੰਦੇ ਲੈ ਕੇ ਆਉਂਦੀ ਹੈਗੀ ਤੇ ਜਦੋਂ ਇਸ ਪੈਂਡੇਮਿਕ ਦੇ ਦੌਰਾਨ ਅਨਇੰਪਲੋਇਮੈਂਟ ਰੇਟ ਜ਼ਿਆਦਾ ਹੈਗਾ ਕੈਨੇਡੀਅਨਸ ਨੂੰ ਜੌਬ ਨਹੀਂ ਮਿਲ ਰਹੀ ਹੈਗੀ ਤਾਂ ਬਾਹਰ ਤੋਂ ਜਦੋਂ ਬੰਦੇ ਆਉਣਗੇ ਇੱਥੇ ਉਹਨਾਂ ਨੂੰ ਜੌਬ 'ਚ ਕਿੰਨੀ ਪ੍ਰੋਬਲਮ ਆਊਗੀ ਜੌਬ ਨਹੀਂ ਮਿਲੂਗੀ ਉਹਨਾਂ ਨੂੰ ਪਲੱਸ ਜਦੋਂ ਉਹਨਾਂ ਨੂੰ ਜੌਬ ਨਹੀਂ ਮਿਲੂਗੀ ਉਹ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟਸ ਹੋਣਗੇ ਤਾਂ ਉਹ ਬੈਨੀਫਿਟਸ ਲਈ ਰਿਕੁਐਸਟ ਕਰਨਗੇ ਗਵਰਨਮੈਂਟ ਨੂੰ ਕਿ ਸਾਨੂੰ ਬੈਨੀਫਿਟਸ ਦਿਓ ਆਪਾਂ ਤਾਂ ਤੁਹਾਡੇ ਕੰਟਰੀ 'ਚ ਆ ਗਏ ਆਪਾਂ ਤਾਂ ਪੱਕੇ ਹੋ ਗਏ ਰਾਈਟ। ਹੁਣ ਸਾਨੂੰ ਜੌਬਾਂ ਨਹੀਂ ਮਿਲਦੀਆਂ ਹੈਗੀਆਂ ਤੁਸੀਂ ਸਾਨੂੰ ਫਾਈਨੈਂਸ਼ੀਅਲ ਅਸਿਸਟੈਂਸ ਦਿਓ ਤੇ ਗਵਰਨਮੈਂਟ ਨੂੰ ਜਿੱਥੇ ਇੱਕ ਪਾਸੇ ਫਾਇਦਾ ਹੋਣਾ ਚਾਹੀਦਾ ਸੀਗਾ ਕਿ ਬੰਦਿਆਂ ਨੇ ਇੱਥੇ ਆ ਕੇ ਜੌਬ ਕਰਨੀ ਸੀਗੀ ਕੈਨੇਡੀਅਨ ਇਕਨੋਮੀ ਦੇ ਵਿੱਚ ਕੰਟਰੀਬਿਊਸ਼ਨ ਪੇ ਕਰਨਾ ਸੀਗਾ ਉਹ ਉਹਨਾਂ ਦਾ ਜਿਹੜਾ ਪਰਪਸ ਹੈਗਾ ਜਿਹੜਾ ਪ੍ਰੋਗਰਾਮ ਦਾ ਪਰਪਸ ਹੈਗਾ ਆਬਜੈਕਟਿਵ ਹੈਗਾ ਉਹ ਪੂਰਾ ਨਹੀਂ ਹੋਣਾ ਸੀਗਾ ਤਾਂ ਕਰਕੇ ਉਹਨਾਂ ਨੇ ਕੈਨੇਡੀਅਨਸ ਨੂੰ ਇਨਵਾਈਟ ਕੀਤਾ ਹੈਗਾ। ਸੋ ਥੀਸ ਆਰ ਦ ਟੂ ਮੇਨ ਰੀਜ਼ਨਸ ਰਾਈਟ travel restrictions to restrict entry of COVID virus right and second is unemployment rate and third one is ki ਕੈਨੇਡਾ ਦੇ ਵਿੱਚ ਵੀ ਕੀ ਸੀਗਾ ਕਿ ਇੱਕ ਮੂਵ ਚੱਲ ਰਿਹਾ ਸੀਗਾ ਕਿ ਖਾਸ ਕਰ ਜਿਹੜੇ ਸਟੂਡੈਂਟਸ ਨੇ ਬਿਲਕੁਲ ਉਹ ਲੱਖਾਂ ਦੀ ਗਿਣਤੀ 'ਚ ਇੱਥੇ ਸਟੂਡੈਂਟਸ ਆਉਂਦੇ ਨੇ ਅਪਰੋਕਸੀਮੇਟਲੀ 3 ਲੱਖ ਤੋਂ ਲੈ ਕੇ 4 ਲੱਖ ਸਟੂਡੈਂਟ ਹਰ ਸਾਲ ਕੈਨੇਡਾ 'ਚ ਆਉਂਦੇ ਨੇ ਰਾਈਟ। ਬਟ ਜਿਹੜਾ ਉਹਨਾਂ ਨੇ ਪ੍ਰੋਗਰਾਮ ਡਿਜ਼ਾਈਨ ਕੀਤਾ ਹੈਗਾ ਐਕਸਪ੍ਰੈਸ ਐਂਟਰੀ ਦਾ ਓਨੈਸਟਲੀ ਇਟਸ ਨਾਟ ਈਜ਼ੀ। ਦ ਕੁਐਸਚਨ ਇਜ਼ ਕਿ ਕੈਨੇਡਾ ਦੇ ਲਈ ਈਜ਼ੀ ਨਹੀਂ ਹੈਗਾ। ਬਿਲਕੁਲ ਤੁਸੀਂ ਵੀ ਇੱਥੇ ਕੈਨੇਡਾ 'ਚ ਰਹਿੰਦੇ ਹੋ ਤੁਸੀਂ ਵੇਖਿਆ ਹੋਣਾ ਕਿ ਇੱਥੇ ਮੈਕਸਿਮਮ ਜਿਹੜੇ ਸਟੂਡੈਂਟਸ ਆਉਂਦੇ ਨੇ ਇੰਡੀਆ ਤੋਂ +2 ਤੋਂ ਬਾਅਦ ਇੱਥੇ ਆਉਂਦੇ ਨੇ
ਜਦੋਂ +2 ਤੋਂ ਬਾਅਦ ਇੱਥੇ ਆਉਂਦੇ ਨੇ 2 ਸਾਲ ਦਾ ਡਿਪਲੋਮਾ ਕਰਦੇ ਨੇ। ਮੈਜੋਰਿਟੀ ਆਫ ਦੇ ਜਿਹੜੇ ਸਟੂਡੈਂਟਸ ਨੇ ਉਹ 2 ਸਾਲ ਦਾ ਡਿਪਲੋਮਾ ਆਪਟ ਕਰਦੇ ਨੇ। 2 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਗਵਰਨਮੈਂਟ ਉਹਨਾਂ ਨੂੰ 3 ਸਾਲ ਦਾ ਓਪਨ ਵਰਕ ਪਰਮਿਟ ਦਿੰਦੀ ਹੈਗੀ। ਫਿਰ ਉਹ ਇੱਥੇ ਕੰਮ ਕਰਦੇ ਨੇ, ਫਿਰ PR ਲਈ ਕੁਆਲੀਫਾਈ ਕਰਦੇ ਨੇ, ਪ੍ਰੋਫਾਈਲ ਕ੍ਰੀਏਟ ਕਰਦੇ ਨੇ। ਬਟ ਜਿਹੜਾ ਐਕਸਪ੍ਰੈਸ ਐਂਟਰੀ ਦਾ ਜਿਹੜਾ ਪ੍ਰੋਗਰਾਮ ਹੈਗਾ ਗਵਰਨਮੈਂਟ ਨੇ ਇਦਾਂ ਦਾ ਡਿਜ਼ਾਈਨ ਕੀਤਾ ਹੈਗਾ ਕਿ ਐਜੂਕੇਸ਼ਨ ਦੇ ਕਾਫੀ ਪੁਆਇੰਟਸ ਉਹਨਾਂ ਨੇ ਅਵਾਰਡ ਕੀਤੇ ਨੇ। ਓਕੇ। ਤੇ 2 ਸਾਲ ਦਾ ਜਿਹੜਾ ਡਿਪਲੋਮਾ ਹੈਗਾ ਉਹਦੇ ਇੰਨੇ ਪੁਆਇੰਟਸ ਕੈਂਡੀਡੇਟ ਨੂੰ ਨਹੀਂ ਮਿਲਦੇ। ਤੇ ਜਿਹੜਾ ਪ੍ਰੋਗਰਾਮ ਹੈਗਾ ਉਹ ਉਨੇ ਕੰਪੀਟੀਟਿਵ ਨਹੀਂ ਹੁੰਦੇ ਉਹ ਕੈਂਡੀਡੇਟ, ਉਹਨਾਂ ਦੇ ਪੁਆਇੰਟਸ ਘੱਟ ਬਣਦੇ ਨੇ। ਹਾਂ ਬਿਲਕੁਲ। ਜਦੋਂ ਪੁਆਇੰਟ ਘੱਟ ਬਣਦੇ ਨੇ ਪਲੱਸ ਅਗਰ ਪ੍ਰੋਵਿੰਸ਼ੀਅਲ ਪ੍ਰੋਗਰਾਮ ਦੀ ਗੱਲ ਕਰੀਏ ਜਿਹੜਾ PNP ਨੋਮੀਨੇਸ਼ਨ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਹੈਗਾ BC ਦਾ, ਇਹ ਕਿ ਆਪਾਂ ਆਲ ਓਵਰ ਕੈਨੇਡਾ ਦੇ ਵਿੱਚ ਗੱਲ ਕਰੀਏ ਓਨਟਾਰੀਓ ਸਭ ਤੋਂ ਵੱਡਾ ਸੂਬਾ ਹੈਗਾ ਜਿੱਥੇ ਸਭ ਤੋਂ ਵੱਧ ਸਟੂਡੈਂਟਸ ਆਉਂਦੇ ਨੇ। ਜੀ ਬਿਲਕੁਲ। ਓਨਟਾਰੀਓ ਦਾ ਜਿਹੜਾ PNP ਹੈਗਾ, BC ਦਾ ਜਿਹੜਾ PNP ਪ੍ਰੋਗਰਾਮ ਹੈਗਾ, ਆਹ ਦੋ ਪ੍ਰੋਗਰਾਮ ਬਹੁਤ ਟਫ ਨੇ। ਓਕੇ। +2 ਤੋਂ ਬਾਅਦ 2 ਸਾਲ ਦੀ ਪੜ੍ਹਾਈ ਕਰਕੇ ਸਟੂਡੈਂਟਸ ਨੂੰ ਪੱਕਾ ਹੋਣਾ ਬਹੁਤ ਜ਼ਿਆਦਾ ਔਖਾ ਹੈਗਾ। ਬਿਲਕੁਲ। ਇਟਸ ਨਾਟ ਈਜ਼ੀ, ਰਾਈਟ? ਜੀ ਬਿਲਕੁਲ। ਤੇ ਹੁਣ ਤੁਸੀਂ ਸੁਣਿਆ ਹੋਣਾ ਕਿ ਹੁਣ ਕਮਿਊਨਿਟੀ ਦੇ ਵਿੱਚ ਗੱਲ ਹੈਗੀ ਕਿ ਚਲੋ ਇੱਥੇ ਆਪਾਂ ਪੱਕੇ ਨਹੀਂ ਹੋਣਾ BC 'ਚ, ਆਪਾਂ ਓਨਟਾਰੀਓ 'ਚ ਪੱਕੇ ਨਹੀਂ ਹੋਣਾ। ਹੁਣ ਲੋਕੀ ਮੂਵ ਕਰਨ ਲੱਗ ਪਏ ਨੇ। ਬਿਲਕੁਲ, ਕੋਈ ਉਹ ਜਗ੍ਹਾ ਲੱਭੀਆਂ ਜਾ ਰਹੀਆਂ। ਵਾਕਈ ਮੈਂ ਵੀ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਚੀਜ਼ਾਂ ਕਰਦੇ ਦੇਖਿਆ ਹੈ ਕਿ ਕੋਈ ਕੈਲਗਰੀ ਨੂੰ ਜਾ ਰਿਹਾ ਹੈ, ਕੋਈ ਐਲਬਰਟਾ ਦਾ ਕੁਝ ਸਰਚ ਕਰ ਰਿਹਾ ਹੈ। ਔਰ ਜਦੋਂ ਮੇਰਾ ਵਾਕਈ ਉਹਨਾਂ ਨੂੰ ਸਵਾਲ ਸੀ ਵੀ ਤੁਸੀਂ BC 'ਚ ਕਿਉਂ ਨਹੀਂ ਰਹਿ ਰਹੇ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਦਰ ਜਿਹੜੀ ਪਲੇਸ ਹੈ, ਆਊਟਰ ਪਲੇਸ ਜਿਹੜੇ ਨੇ ਉਹਨਾਂ ਦੇ ਵਿੱਚ ਪੱਕੇ ਹੋਣਾ ਆਸਾਨ ਹੈ। ਸੋ ਪਲੀਜ਼ ਇਹਦੇ ਬਾਰੇ ਉਹਨੂੰ ਥੋੜ੍ਹਾ ਜਿਹਾ ਸਮਝਾਓਗੇ ਵੀ ਇਹ ਚੀਜ਼ ਇੰਨਾ ਡਿਫਰੈਂਸ ਕਿਉਂ ਹੈ, ਕਿਉਂ ਆਊਟਰ ਥਾਵਾਂ ਦੇ ਉੱਤੇ ਪੱਕੇ ਹੋਣਾ ਜਿਹੜਾ ਉਹ ਆਸਾਨ ਹੈ? ਓਕੇ, ਜਿਹੜਾ ਕੁਐਸਚਨ ਹੈਗਾ ਪੱਕੇ ਹੋਣਾ ਆਸਾਨ ਹੈਗਾ ਜਾਂ ਟਫ ਹੈਗਾ, ਦਿਸ ਇਜ਼ ਟ੍ਰਿਕੀ ਕੁਐਸਚਨ, ਰਾਈਟ? ਉਹਦੇ ਬਾਰੇ ਆਪਾਂ ਨੂੰ ਜਾਣਨਾ ਪੈਣਾ ਕਿ ਜਿਹੜਾ ਪ੍ਰੋਗਰਾਮ ਹੈਗਾ, ਪ੍ਰੋਗਰਾਮ ਦਾ ਕ੍ਰਾਈਟੇਰੀਆ ਕੀ ਹੈਗਾ। ਤੇ ਜਿਹੜਾ ਆਪਾਂ BC PNP ਦੀ ਗੱਲ ਕਰੀਏ, BC PNP ਤੋਂ ਪਹਿਲਾਂ ਆਪਾਂ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਰਹੇ ਸੀਗੇ। ਤੇ ਕੋਈ ਵੀ ਕੈਂਡੀਡੇਟ ਅਗਰ ਕੈਨੇਡਾ ਦੇ ਵਿੱਚ 2 ਸਾਲ ਦੀ ਪੜ੍ਹਾਈ ਕਰਦਾ ਹੈਗਾ, 1 ਸਾਲ ਇੱਥੇ ਕੋਈ ਜੌਬ ਕਰਦਾ ਹੈਗਾ, ਸਕਿਲਡ ਜੌਬ ਕਰਦਾ ਹੈਗਾ, ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਉਹਨਾਂ ਦੇ ਪੁਆਇੰਟਸ ਬਣਦੇ ਨਹੀਂ ਉਨੇ ਜ਼ਿਆਦਾ। ਓਕੇ। 400 ਨੂੰ ਵੀ ਟੱਚ ਕਰਨਾ ਬਹੁਤ ਔਖਾ ਹੈਗਾ। ਬਿਲਕੁਲ। ਤੇ ਕਟ ਆਫ ਤੁਸੀਂ ਸੁਣਿਆ ਹੋਣਾ ਕਿ ਲਾਸਟ ਕਟ ਆਫ ਤੋਂ ਪਹਿਲਾਂ ਜਿਹੜਾ ਕਟ ਆਫ ਜਾਂਦਾ ਸੀਗਾ more than 450, there was a lot of variation in it, ਕਾਫੀ ਵੇਰੀਏਸ਼ਨ ਸੀਗੀ, ਬਟ ਮਿਨੀਮਮ ਕਟ ਆਫ ਜਿਹੜਾ ਗਿਆ ਸੀਗਾ ਪਿਛਲੇ ਸਾਲ 431 ਦਾ ਗਿਆ ਸੀਗਾ। ਤੇ ਜਦੋਂ ਕਲਾਇੰਟਸ ਦੇ ਪੁਆਇੰਟ ਬਣਦੇ ਨਹੀਂ ਸੀਗੇ ਐਕਸਪ੍ਰੈਸ ਐਂਟਰੀ ਦੇ ਵਿੱਚ, ਕਿਉਂਕਿ ਐਕਸਪ੍ਰੈਸ ਐਂਟਰੀ ਦਾ ਪ੍ਰੋਗਰਾਮ ਪੂਰੇ ਕੈਨੇਡਾ ਦੇ ਵਿੱਚ ਸੇਮ ਹੈਗਾ, ਆਪਾਂ ਜਿੱਥੇ ਮਰਜ਼ੀ ਕੰਮ ਕਰੀਏ। ਤੇ ਦੂਜੀ ਆਪਸ਼ਨ ਸੀਗੀ ਕਲਾਇੰਟਸ ਨੇ PNP, BC PNP ਦਾ ਵੀ ਪ੍ਰੋਗਰਾਮ ਬਹੁਤ ਟਫ ਹੈਗਾ। ਇੱਥੇ ਐਜੂਕੇਸ਼ਨ ਦੇ ਘੱਟ ਪੁਆਇੰਟ ਮਿਲਦੇ ਨੇ ਜਿਨ੍ਹਾਂ ਨੇ ਇਕੱਲੇ 2 ਸਾਲ ਦਾ ਡਿਪਲੋਮਾ ਜਾਂ ਸਰਟੀਫਿਕੇਟ ਕੀਤਾ ਹੋਇਆ ਹੈਗਾ +2 ਤੋਂ ਬਾਅਦ। ਪਲੱਸ ਜਿਹੜੀ ਜੌਬ ਹੈਗੀ ਹੈ BC PNP ਦਾ ਜਿਹੜਾ ਪ੍ਰੋਗਰਾਮ ਹੈਗਾ, ਜਿਹੜੀ ਆਮ ਜੀ ਜੌਬ ਹੈਗੀ, ਸੇ ਫॉर ਐਗਜ਼ਾਮਪਲ ਕੋਈ ਕਾਰਪੈਂਟਰ ਦੀ ਜੌਬ ਹੈਗੀ ਆ, ਕੋਈ ਰਿਟੇਲ ਸਟੋਰ ਸੁਪਰਵਾਈਜ਼ਰ ਦੀ ਜੌਬ ਹੈਗੀ ਆ, ਕੋਈ ਕੁੱਕ ਦੀ ਜੌਬ ਹੈਗੀ ਆ, ਰਾਈਟ, ਕੋਈ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਜੌਬ ਹੈਗੀ ਆਫਿਸ ਦੇ ਵਿੱਚ, ਇਹਦੇ ਪੁਆਇੰਟਸ ਬਹੁਤ ਘੱਟ ਮਿਲਦੇ ਨੇ। ਓਕੇ। ਉਹਦੇ ਲਈ ਕੀ ਕਰਨਾ ਪੈਂਦਾ ਸੀਗਾ, ਜਿਹੜੇ ਸਟੂਡੈਂਟਸ ਨੂੰ ਉਹਨਾਂ ਨੂੰ ਜੌਬ ਲੱਭਣੀ ਪੈਂਦੀ ਸੀ ਕਿ ਅਸਿਸਟੈਂਟ ਮੈਨੇਜਰ ਦੀ। ਓਕੇ। ਉਹਦੇ 45 ਪੁਆਇੰਟਸ ਮਿਲਦੇ ਸੀਗੇ। ਉਹ ਜੌਬ ਲੱਭ ਕੇ ਵੀ ਉਨੇ ਪੁਆਇੰਟ ਨਹੀਂ ਬਣਦੇ ਸੀਗੇ। ਓਕੇ। ਫਿਰ ਜਦੋਂ BC ਦੇ ਵਿੱਚ ਇੰਨਾ ਔਖਾ ਹੋ ਗਿਆ, ਓਨਟਾਰੀਓ ਦੇ ਵਿੱਚ ਇੰਨਾ ਔਖਾ ਹੋ ਗਿਆ, ਫਿਰ ਕੁਐਸਚਨ ਹੈਗਾ ਆਪਾਂ ਕਿਹੜੇ ਪ੍ਰੋਵਿੰਸਸ ਦੇ ਵਿੱਚ ਜਾਈਏ ਜਿੱਥੋਂ ਦੀ ਜਿਹੜੀ PNP ਹੈਗੀ ਸੌਖੀ ਹੈਗੀ ਜੀ, ਈਜ਼ੀ ਹੈਗੀ। ਮਤਲਬ ਉੱਥੇ ਪੁਆਇੰਟ ਬੇਸ ਸਿਸਟਮ ਨਹੀਂ ਹੈਗਾ, ਫਰਸਟ ਕਮ ਫਰਸਟ ਬੇਸਿਸ ਹੈਗਾ, ਜਾਂ ਕਿ ਪੁਆਇੰਟ ਬੇਸ ਸਿਸਟਮ ਅਗਰ ਹੈਗਾ ਵੀ ਉਹ ਈਜ਼ੀ ਹੈਗਾ। ਉੱਥੇ ਆਪਾਂ 1 ਸਾਲ ਕੰਮ ਕਰਕੇ 6 ਮਹੀਨੇ ਕੰਮ ਕਰਕੇ ਆਪਾਂ ਈਜ਼ੀਲੀ PNP ਦੀ ਫਾਈਲ ਲਾ ਸਕਦੇ ਨੇ। ਇਹਦੇ ਵਿੱਚ ਕੀ ਹੋਇਆ ਕਿ 2 ਪ੍ਰੋਵਿੰਸਸ ਨੇ ਆਪਣੇ, ਇੱਕ ਮੈਨੀਟੋਬਾ, ਦੂਜਾ ਨੋਵਾ ਸਕੋਸ਼ੀਆ। ਨੋਵਾ ਸਕੋਸ਼ੀਆ ਦਾ ਪ੍ਰੋਗਰਾਮ ਬਹੁਤ ਈਜ਼ੀ ਸੀਗਾ। ਉੱਥੇ 2 ਪ੍ਰੋਗਰਾਮ ਨੇ ਬੇਸਿਕਲੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਵਧੀਆ ਨੇ। ਇੱਕ ਪ੍ਰੋਗਰਾਮ ਹੈਗਾ ਜਿੱਥੇ ਕੈਂਡੀਡੇਟ ਨੂੰ ਇਕੱਲੇ 6 ਮਹੀਨੇ ਕੰਮ ਕਰਨਾ ਹੈਗਾ, ਉਸ ਤੋਂ ਬਾਅਦ ਅਗਰ ਇੰਪਲੋਇਰ ਸਪੋਰਟ ਕਰ ਰਿਹਾ ਹੈਗਾ ਆਪਦੀ PNP ਲਾ ਸਕਦੇ ਸੀਗੇ। ਦੂਜਾ ਹੈਗਾ ਉੱਥੇ 1 ਸਾਲ ਕੰਮ ਕਰਕੇ ਐਕਸਪ੍ਰੈਸ ਐਂਟਰੀ ਦੇ ਥਰੂ ਕੁਆਲੀਫਾਈ ਕਰ ਜਾਂਦੇ ਸੀਗੇ ਜੀ, ਰਾਈਟ। ਹੁਣ BC ਤੋਂ ਓਨਟਾਰੀਓ ਤੋਂ ਬਹੁਤ ਜ਼ਿਆਦਾ ਗਿਣਤੀ 'ਚ ਬੱਚੇ ਚਲੇ ਗਏ ਨੋਵਾ ਸਕੋਸ਼ੀਆ। ਉੱਥੇ ਇੰਨਾ ਜ਼ਿਆਦਾ ਰਸ਼ ਹੋ ਗਿਆ, ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਕਿ ਜਿਹੜੇ ਸਾਡੇ ਕਲਾਇੰਟ ਵੀ ਉੱਥੇ ਮੂਵ ਹੋ ਕੇ ਗਏ, ਉਹ ਹੁਣ ਸਾਨੂੰ ਕੰਟੈਕਟ ਕਰਦੇ ਨੇ, ਕਹਿੰਦੇ ਨੇ ਤੁਸੀਂ ਹੁਣ ਇੱਥੇ ਬਹੁਤ ਟਫ ਹੈਗਾ, ਇਟਸ ਵੈਰੀ ਹਾਰਡ ਟੂ ਗੈਟ ਅ ਜੌਬ। ਮੋਰਓਵਰ ਚਲੋ ਜੌਬ ਵੀ ਮਿਲ ਜਾਂਦੀ ਹੈਗੀ, ਬਟ ਇਵੈਂਚੁਅਲੀ ਦੇ ਨੀਡ ਐਨ ਇੰਪਲੋਇਰ ਦੀ ਫੁੱਲ ਸਪੋਰਟ ਚਾਹੀਦੀ। ਬਿਲਕੁਲ, ਰਾਈਟ। ਆਈ ਵਿਲ ਜਸਟ ਗਿਵ ਯੂ ਵਨ ਐਗਜ਼ਾਮਪਲ। ਸੇ ਫॉर ਐਗਜ਼ਾਮਪਲ ਤੁਸੀਂ ਇੰਪਲੋਇਰ ਹੋ ਨੋਵਾ ਸਕੋਸ਼ੀਆ ਦੇ ਵਿੱਚ, ਤੁਹਾਡਾ ਬਿਜ਼ਨਸ ਹੈਗਾ, ਮੈਂ ਸਟੂਡੈਂਟ ਹਾਂ, ਮੈਂ ਤੁਹਾਡੇ ਕੋਲੇ ਚਲਾ ਗਿਆ ਜੀ, ਮੈਂ ਕਿਹਾ ਠੀਕ ਹੈ ਬਈ ਮੈਨੂੰ PR ਲਈ ਹੈਲਪ ਚਾਹੀਦੀ, ਤੁਹਾਡੀ ਸਪੋਰਟ ਚਾਹੀਦੀ ਜੀ। ਤੁਸੀਂ ਕਹਿੰਦੇ ਠੀਕ ਹੈ ਆਈ ਵਿਲ ਹੈਲਪ, ਬਟ ਐਟ ਫਰਸਟ ਤੁਹਾਨੂੰ ਸਾਡੀ ਕੰਪਨੀ ਨਾਲ ਕੰਮ ਕਰਨਾ ਪੈਣਾ। ਬਿਲਕੁਲ, ਕਿਉਂਕਿ ਤੁਸੀਂ EMPLOYE ਹੋ ਜਾਓਗੇ ਕੰਪਨੀ ਦੇ। ਬਿਲਕੁਲ, ਤੁਹਾਨੂੰ ਡੈਮੋਨਸਟ੍ਰੇਟ ਕਰਨਾ ਪੈਣਾ ਕਿ ਤੁਸੀਂ ਸਾਡੇ ਬਿਜ਼ਨਸ ਲਈ ਵਧੀਆ ਹੋ। ਤੇ
ਪ੍ਰੈਕਟੀਕਲੀ ਉੱਥੇ ਇੰਪਲੋਇਰ ਕਹਿੰਦੇ ਸੀ ਕਿ ਤੁਸੀਂ ਸਾਲ ਕੰਮ ਕਰੋ ਪਹਿਲਾਂ, ਜਦੋਂ ਸਾਲ ਦੇ ਵਿੱਚ ਪਰਫਾਰਮੈਂਸ ਵੇਖਦੇ ਸੀਗੇ, ਆਊਟਪੁੱਟ ਵੇਖਦੇ ਸੀਗੇ, ਫਿਰ ਉਹ ਡਿਸਾਈਡ ਕਰਦੇ ਸੀਗੇ ਕਿ ਹਾਂ ਠੀਕ ਹੈ ਆਪਾਂ ਤੁਹਾਡੀ ਹੈਲਪ ਕਰਨੀ ਨਹੀਂ ਕਰਨੀ ਹੈਗੀ। ਮੋਰਓਵਰ ਉੱਥੇ ਰਿਸਟ੍ਰਿਕਸ਼ਨਸ ਵੀ ਹੁੰਦੀਆਂ ਨੇ ਕਿ ਇੱਕ ਇੰਪਲੋਇਰ ਹੈਗਾ ਕਿੰਨੇ ਬੰਦਿਆਂ ਨੂੰ PNP ਲਈ ਸਪੋਰਟ ਕਰ ਸਕਦਾ ਹੈਗਾ। ਤੋ ਇੱਕ ਹੋ ਗਿਆ ਨੋਵਾ ਸਕੋਸ਼ੀਆ ਦਾ ਪ੍ਰੋਗਰਾਮ, ਉੱਥੇ ਬਹੁਤ ਰਸ਼ ਹੋ ਗਿਆ ਜੀ, ਹੁਣ ਮੂਵ ਘੱਟ ਹੋ ਗਿਆ ਉੱਥੇ, ਰਾਈਟ। ਦੂਜਾ ਹੈਗਾ ਤੁਸੀਂ ਸੁਣਿਆ ਹੋਣਾ ਵਿਨੀਪੈਗ। ਹਾਂਜੀ, ਵਿਨੀਪੈਗ ਦੇ ਵਿੱਚ ਬਹੁਤ ਸਟੂਡੈਂਟ ਜਾਂਦੇ ਨੇ, ਉੱਥੇ 1 ਸਾਲ ਕੰਮ ਕਰਕੇ ਈਜ਼ੀਲੀ PNP ਲੱਗ ਜਾਂਦੀ ਹੈਗੀ, ਪਰ ਉੱਥੇ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ, ਉੱਥੇ ਹੁਣ ਜੌਬਾਂ ਨਹੀਂ ਮਿਲਦੀਆਂ ਨੇ। ਓਨੈਸਟਲੀ ਦੱਸਾਂ ਇੱਕ ਗੱਲ, PNP ਦਾ ਜਿਹੜਾ ਕੰਮ ਹੈਗਾ 100% ਇੰਪਲੋਇਰ ਬੇਸਡ ਹੈਗਾ ਜੀ, 100%। ਅਗਰ ਇੰਪਲੋਇਰ ਕਹਿ ਦੇਵੇ ਕਿ ਆਪਾਂ ਤੁਹਾਡੀ ਹੈਲਪ ਕਰਨੀ ਹੈਗੀ, ਤੁਹਾਨੂੰ ਡਾਕੂਮੈਂਟਸ ਦੇਣੇ ਆ, ਇਨਫੋਰਮੇਸ਼ਨ ਦੇਣੇ ਆ, ਫਿਰ ਤਾਂ PNP ਦੀ ਫਾਈਲ ਲੱਗ ਜਾਣੀ। ਅਗਰ ਨਹੀਂ, ਫਿਰ ਭਾਵੇਂ ਤੁਸੀਂ 3 ਸਾਲ ਕੰਮ ਕਰਦੇ ਰਹੋ, ਕੁਝ ਨਹੀਂ ਬਣਨਾ ਹੈਗਾ PNP ਦੇ ਥਰੂ, ਰਾਈਟ। ਤੇ ਕਹਿਣ ਦਾ ਮਤਲਬ ਕਿ ਇਹਦਾ ਡਰਾਬੈਕ ਹੈਗਾ ਕਿ 100% ਇੰਪਲੋਇਰ ਡਰਿਵਨ ਕਰਕੇ ਇੰਪਲੋਈ ਜਿਹੜਾ ਹੈਗਾ ਉਹ ਡਿਪੈਂਡੈਂਟ ਹੁੰਦਾ ਹੈਗਾ ਇੰਪਲੋਇਰ ਦੇ ਉੱਤੇ ਕਿ ਭਾਈ ਮੇਰੀ ਫਾਈਲ ਕਦੋਂ ਲਗਾਊਗਾ। ਉਹ ਲੋ ਵੇਜਸ ਤੇ ਵੀ ਸਟੂਡੈਂਟਸ ਕੰਮ ਕਰਦੇ ਨੇ, ਤੁਹਾਨੂੰ ਪਤਾ ਹੀ ਐਕਸਪਲੋਇਟੇਸ਼ਨ ਵੀ ਹੁੰਦੀ ਹੈਗੀ, ਐਂਡ ਵਿਦ ਅ ਹੋਪ ਕਿ ਇੱਕ ਦਿਨ ਗੱਲ ਬਣ ਜਾਣੀ ਹੈ। ਤਾਂ ਕਰਕੇ ਸ਼ਿਫਟ ਬਹੁਤ ਜ਼ਿਆਦਾ ਸੀਗੀ ਨੋਵਾ ਸਕੋਸ਼ੀਆ ਵੱਲ ਨੂੰ, ਵਿਨੀਪੈਗ ਵੱਲ ਨੂੰ। ਲਾਸਟ ਈਅਰ ਮੂਵ ਥੋੜਾ ਜਿਹਾ ਘੱਟ ਹੋ ਗਿਆ ਸੀਗਾ, ਕਿਉਂਕਿ ਲਾਸਟ ਈਅਰ ਗਵਰਨਮੈਂਟ ਨੇ ਕੀ ਕੀਤਾ ਸੀਗਾ, ਡਿਊਰਿੰਗ ਪੈਂਡੇਮਿਕ ਜਦੋਂ ਅਨਇੰਪਲੋਇਮੈਂਟ ਰੇਟ ਕਾਫੀ ਜ਼ਿਆਦਾ ਸੀਗਾ, ਫॉर 3 to 4 months ਉਹਨਾਂ ਨੇ ਇਕੱਲੇ ਇਨਵੀਟੇਸ਼ਨ ਭੇਜੀਆਂ ਸੀਗੀਆਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਕੈਂਡੀਡੇਟਸ ਨੂੰ। ਉਦੋਂ ਕਟ ਆਫ 431 ਤੇ ਚਲਾ ਗਿਆ ਸੀਗਾ। ਫਿਰ ਬੰਦੇ ਵਿੱਚ ਇੱਕ ਆਸ ਹੋ ਜਾਂਦੀ ਹੈਗੀ, ਬਿਲਕੁਲ ਠੀਕ ਹੈ, ਚਲੋ ਆਪਾਂ ਜਿੱਥੇ ਆ ਕੇ ਪੜ੍ਹਾਈ ਕੀਤੀ ਹੈਗੀ, ਸਰੀ ਚ ਵੈਨਕੂਵਰ ਚ ਰਹੇ ਸੀਗੇ, ਆਪਾਂ ਓਨਟਾਰੀਓ ਦੇ ਵਿੱਚ ਰਹੇ ਸੀਗੇ, ਹੁਣ ਆਪਾਂ ਨਵੀਂ ਥਾਂ ਤੇ ਜਾਵਾਂਗੇ, ਉੱਥੇ ਜੌਬ ਲੱਭਾਂਗੇ, we will have to do a lot of struggle for that, right? ਚਲੋ ਆਪਾਂ ਇੱਥੇ ਹੀ ਰਹਿ ਜਾਂਦੇ ਹਾਂ। ਫਿਰ ਪੁਆਇੰਟ ਆਉਂਦਾ ਹੈਗਾ ਚਲੋ ਇੱਥੇ ਰਹਿ ਗਏ ਆਪਾਂ, ਫਿਰ ਵੀ ਪੁਆਇੰਟ ਚੱਲ ਜੀ ਨਹੀਂ ਬਣਦੇ ਸੀਗੇ। ਇੰਪਲੋਇਰ ਦੀ ਫਿਰ ਵੀ ਸਪੋਰਟ ਚਾਹੀਦੀ ਸੀਗੀ, ਕਾਹਦੇ ਲਈ? LMI ਲਈ। ਫਿਰ ਇੰਪਲੋਇਰ LMI ਕਰਾਉਂਦਾ ਸੀਗਾ, ਫਿਰ ਪੁਆਇੰਟ ਵੱਧਦੇ ਸੀਗੇ, ਫਿਰ ਬੰਦੇ ਪੱਕੇ ਹੋ ਜਾਂਦੇ ਸੀਗੇ, ਰਾਈਟ। ਤੇ ਮਤਲਬ 2020 ਦਾ ਜਿਹੜਾ ਮਿਡ ਸੀਗਾ ਉਹ ਸਟੂਡੈਂਟਸ ਲਈ ਬਹੁਤ ਵਧੀਆ ਸੀਗਾ। ਉਸ ਦੌਰਾਨ ਕੀ ਹੋਇਆ ਕਿ ਜਿਹੜਾ BC PNP ਦਾ ਪ੍ਰੋਗਰਾਮ ਵੀ ਸੀਗਾ, ਇਹਦਾ ਵੀ ਕਟ ਆਫ ਬਹੁਤ ਥੱਲੇ ਚਲਾ ਗਿਆ ਸੀ। ਇਟ ਵਾਸ ਅਰਾਊਂਡ 93 ਆਊਟ ਆਫ 200। ਕਈ ਕਲਾਇੰਟਸ ਨੂੰ ਇਨਵੀਟੇਸ਼ਨ ਆ ਗਈ, PNP ਉਹਨਾਂ ਦੇ ਨਿਕਲ ਗਈ, ਨੋਮੀਨੇਸ਼ਨ ਸਰਟੀਫਿਕੇਟ ਮਿਲ ਗਿਆ, ਉਹਨਾਂ ਦੀ PR ਦੀ ਫਾਈਲਾਂ ਲੱਗੀਆਂ ਹੈਗੀਆਂ। ਪਰ ਜਿਹੜਾ ਹੁਣ ਕੰਮ ਕੀਤਾ ਗਵਰਨਮੈਂਟ ਨੇ, ਇਹਦੇ ਕਰਕੇ ਹੁਣ ਅਨਸਰਟੇਨਿਟੀ ਹੈਗੀ ਆ, ਰਾਈਟ। ਅਗਰ ਕੋਈ ਵੀ ਕਲਾਇੰਟ ਮੈਨੂੰ ਪੁੱਛਦਾ ਹੈਗਾ ਕਿ ਦੱਸੋ ਨੈਕਸਟ ਡਰਾ ਕਦੋਂ ਆਊਗਾ, ਆਪਾਂ ਕੋਈ ਕੰਕਰੀਟ ਆਨਸਰ ਨਹੀਂ ਦੇ ਸਕਦੇ। The reason is ਕਿ ਪਹਿਲਾਂ ਇੱਕ ਡਰਾ ਦੇ ਵਿੱਚ ਗਵਰਨਮੈਂਟ ਅਪਰੋਕਸੀਮੇਟਲੀ 5000 ਕੈਂਡੀਡੇਟਸ ਨੂੰ ਇਨਵਾਈਟ ਕਰਦੀ ਸੀਗੀ, ਹੁਣ 27000 ਨੂੰ ਇਨਵਾਈਟ ਕਰ ਲਿਆ, 6 ਟਾਈਮਸ, ਰਾਈਟ। ਇਹਦਾ ਮਤਲਬ ਅਗਰ ਇੱਕ ਮਹੀਨੇ ਦੇ ਵਿੱਚ ਉਹ 10000 ਨੂੰ ਇਨਵਾਈਟ ਕਰਦੇ ਸੀਗੇ ਤਾਂ ਉਹਨਾਂ ਨੇ ਇੱਕੋ ਹੀ ਵਾਰੀ ਜੇ 27000 ਨੂੰ ਕਰ ਲਿਆ, ਇਟ ਮੀਨਸ ਨੈਕਸਟ ਡਰਾ 3 ਮਹੀਨੇ ਬਾਅਦ ਆਉਣਾ ਚਾਹੀਦਾ। ਬਿਲਕੁਲ। ਬਟ ਜਿਹੜਾ ਆ ਮੂਵ ਸੀਗਾ, ਆਪਾਂ ਕੁਝ ਕਹਿ ਨਹੀਂ ਸਕਦੇ ਕਿ ਨੈਕਸਟ ਡਰਾ ਕਦੋਂ ਆਊਗਾ ਜੀ, ਠੀਕ ਹੈ। ਸੋ ਜੇ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ ਤਕਰੀਬਨ ਆਈ ਥਿੰਕ 4 ਲੱਖ ਦੇ ਕਰੀਬ ਜਿਹੜੇ ਨੇ ਉਹ ਲੋਕ ਕੈਨੇਡਾ ਦੇ ਵਿੱਚ ਜਿਹੜਾ ਉਹਨਾਂ ਨੂੰ ਮਾਨਤਾ ਦਿੱਤੀ ਜਾਏਗੀ, ਟੀਚਾ ਮਿੱਥਿਆ ਸਰਕਾਰ ਨੇ ਉਹਨਾਂ ਨੂੰ ਸੱਦਣ ਦਾ। ਸੋ ਕੀ ਇਹ ਚੰਗੀ ਖਬਰ ਕਹੀ ਜਾ ਸਕਦੀ ਹੈ? ਥੋੜੀ ਇਹਦੇ ਬਾਰੇ ਡਿਟੇਲ ਦੱਸੋਗੇ ਕਿ ਕਿੱਦਾਂ ਇਹ ਹੋ ਸਕਦਾ ਹੈ? ਦੇਖੋ, ਗਵਰਨਮੈਂਟ ਤਾਂ ਹਮੇਸ਼ਾ ਰਿਲਾਈ ਕਰਦੀ ਹੈਗੀ ਇਮੀਗ੍ਰੇਸ਼ਨ ਦੇ ਉੱਤੇ। ਇੱਥੇ ਬਰਥ ਰੇਟ ਬਹੁਤ ਘੱਟ ਹੈਗੀ, ਰਾਈਟ। ਪੋਪੂਲੇਸ਼ਨ ਗਰੋਥ ਇੰਨੀ ਜ਼ਿਆਦਾ ਨਹੀਂ ਹੈਗੀ, ਤਾਂ ਕਰਕੇ ਇਮੀਗ੍ਰੇਸ਼ਨ ਡਿਪਾਰਟਮੈਂਟ ਕਾਫੀ ਐਕਟਿਵਲੀ ਪ੍ਰਮੋਟ ਕਰਦੀ ਹੈਗੀ ਕਿ ਠੀਕ ਹੈ ਬਾਹਰ ਤੋਂ ਬੰਦੇ ਇੱਥੇ ਆਉਣ, ਸਟੂਡੈਂਟਸ ਆਉਣ, ਵਰਕਰਸ ਆਉਣ, ਆਪਾਂ ਉਹਨਾਂ ਨੂੰ ਪੱਕੇ ਕਰੀਏ। ਟਾਰਗੇਟ ਤਾਂ ਸ਼ਾਇਦ ਉਹਨਾਂ ਦਾ ਪੂਰਾ ਹੋ ਜਾਣਾ। ਟਾਰਗੇਟ ਇਜ਼ ਨਾਟ ਅ ਬਿਗ ਡੀਲ, ਠੀਕ ਹੈ। ਅਗਰ ਆਪਾਂ ਵੇਖੀਏ 4 ਲੱਖ ਤਾਂ ਸਟੂਡੈਂਟ ਇੱਥੇ ਆ ਰਹੇ ਨੇ, ਰਾਈਟ। ਬਿਲਕੁਲ। LMI ਬੇਸ ਵਰਕ ਪਰਮਿਟ ਤੇ ਮੇਰੇ ਕੋਲ ਐਗਜ਼ੈਕਟ ਡੇਟਾ ਨਹੀਂ ਹੈਗਾ, ਫਿਰ ਵੀ ਤੁਸੀਂ ਲੱਖ ਤਾਂ ਲੈ ਕੇ ਚੱਲੋ, ਰਾਈਟ। ਲੱਖ ਬੰਦੇ ਹੋ ਆ ਗਏ, 5 ਲੱਖ ਤਾਂ ਹੀ ਹੋ ਗਏ। ਬਟ ਉਹਨਾਂ ਦਾ ਜਿਹੜਾ ਪਰਪਸ ਹੈਗਾ, ਆਪਾਂ ਇੰਨੇ ਬੰਦੇ ਨੂੰ PR ਦੇਣੀ ਹੈਗੀ, ਰਾਈਟ। ਐਕਸਪ੍ਰੈਸ ਐਂਟਰੀ ਦੇ ਥਰੂ ਘੱਟੋ ਘੱਟ 1.5 ਲੱਖ ਨੂੰ PR ਮਿਲਦੀ ਹੈਗੀ। ਉਸ ਤੋਂ ਇਲਾਵਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਨੇ, ਉਹਨਾਂ ਦੇ ਥਰੂ ਵੀ ਸਮਝ ਲਓ ਕਿ ਚੱਲ 40,000 to 50,000 ਤੱਕ ਕੋਟਾ ਪੂਰਾ ਹੁੰਦਾ ਹੈਗਾ। ਬਾਕੀ ਜਿਹੜੇ ਨੇ ਪੈਰੈਂਟ ਸਪਾਂਸਰਸ਼ਿਪ ਹੋ ਗਏ, ਸਪਾਊਜ਼ਲ ਸਪਾਂਸਰਸ਼ਿਪ ਹੋ ਗਏ ਨੇ, ਹਿਊਮੈਨਿਟੇਰੀਅਨ ਗਰਾਊਂਡਸ ਤੇ ਹੋ ਗਿਆ, ਰੈਫਿਊਜੀ ਦਾ ਹੋ ਗਿਆ, ਉਹ ਸਾਰਾ ਮਿਲਾ ਕੇ ਉਹਨਾਂ ਦਾ ਟਾਰਗੇਟ ਹੁੰਦਾ ਹੈਗਾ, ਰਾਈਟ। ਕੱਲੇ ਆਪਾਂ ਆ ਨਹੀਂ ਕਹਿ ਸਕਦੇ ਕਿ ਸਟੂਡੈਂਟਸ ਹੋ ਗਏ ਜਾਂ ਕਿ ਵਰਕਰਸ ਹੋ ਗਏ, ਉਹਨਾਂ ਨੂੰ ਕੱਲੇ 4.5 ਲੱਖ ਕੈਂਡੀਡੇਟਸ ਨੂੰ ਗਵਰਨਮੈਂਟ ਨੇ ਪੱਕਾ ਕਰ ਦੇਣਾ ਹੈਗਾ। ਉਹਨਾਂ ਦਾ ਜਿਹੜਾ ਪ੍ਰੋਗਰਾਮ ਡਿਜ਼ਾਈਨ ਕੀਤਾ ਹੈਗਾ, ਸਾਰੀ ਕੈਟੇਗਰੀਜ਼ ਉਹਨਾਂ ਨੇ ਰਲਾ ਕੇ ਕੀਤਾ ਹੈਗਾ। ਸਾਰਿਆਂ ਨੂੰ ਉਹਨਾਂ ਨੇ ਟਾਰਗੇਟ ਦਿੱਤਾ ਹੈਗਾ ਕਿ ਆਪਾਂ ਇਸ ਕੈਟੇਗਰੀ ਦੇ ਥਰੂ ਇੰਨੇ ਕੈਂਡੀਡੇਟਸ ਨੂੰ PR ਦੇਣੀ ਹੈਗੀ, ਇਸ ਪਾਰਟਿਕੂਲਰ ਪ੍ਰੋਗਰਾਮ ਦੇ ਵਿੱਚ ਇੰਨੇ ਨੂੰ PR ਦੇਣੀ ਹੈ। ਸੋ ਲਾਈਕ ਹੁਣ ਜਿਹੜਾ ਸਕੋਰ ਆਇਆ, ਉਹ ਅਗਲੇ ਸਕੋਰ ਦੀ ਕੋਈ ਹਜੇ
ਇਦਾਂ ਦੇ ਕੋਈ ਸੰਭਾਵਨਾ ਨਹੀਂ ਜਤਾਈ ਜਾ ਸਕਦੀ ਕਿ ਹੁਣ 75 ਤੋਂ ਵੀ ਅਸੀਂ ਥੱਲੇ ਆ ਸਕਦੇ ਹਾਂ ਜਾਂ ਫਿਰ ਬਿਲਕੁਲ ਹੀ ਉੱਪਰ ਜਾ ਸਕਦਾ? ਤੁਸੀਂ ਤਾਂ ਫਿਰ ਬਿਲਕੁਲ, ਤੁਸੀਂ ਤਾਂ ਫਿਰ ਵੀ ਇਮੀਗ੍ਰੇਸ਼ਨ ਵਾਲੇ ਹੋ, ਹੁਣ ਤੁਸੀਂ ਇਸ ਚੀਜ਼ ਨੂੰ ਪ੍ਰੋਪਰ ਦੇਖਦੇ ਹੋ, ਤੁਹਾਡਾ ਅੰਦਾਜ਼ਾ ਆਪਣਾ ਕੀ ਕਹਿੰਦਾ ਹੈ? ਓਕੇ, ਮੈਂ ਇਹਦੀ ਐਨਾਲਿਸਿਸ ਕਰਕੇ ਤੁਹਾਨੂੰ ਦੱਸਣਾ ਚਾਹਾਂਗਾ, ਰਾਈਟ, ਕਿ ਵਾਟ ਆਈ ਪਰਸਨਲੀ ਥਿੰਕ, ਵਾਟ ਵੀ ਕੰਸਲਟੈਂਟ ਥਿੰਕ। ਪਹਿਲੀ ਗੱਲ ਤਾਂ ਆਪਾਂ ਫੇਰ ਕਹਿ ਰਹੇ ਨੇ ਕਿ ਆ ਜਿਹੜਾ ਗਵਰਨਮੈਂਟ ਦਾ ਮੂਵ ਸੀਗਾ, ਸਮਾਰਟ ਮੂਵ ਨਹੀਂ ਸੀਗਾ। ਓਕੇ, ਦਿਸ ਵਾਜ਼ ਨਾਟ ਫੇਅਰ। ਤੁਸੀਂ ਕਹਿ ਰਹੇ ਹੋ ਗਵਰਨਮੈਂਟ ਤੇ ਮੈਂ ਕਹਿ ਰਿਹਾ ਕਿ ਇਟ ਵਾਜ਼ ਨਾਟ ਫੇਅਰ, ਇਟ ਮੀਨਸ ਗਵਰਨਮੈਂਟ ਇਜ਼ ਨਾਟ ਫੇਅਰ, ਰਾਈਟ। ਉਹਦੇ ਪਿੱਛੇ ਮੈਂ ਤੁਹਾਨੂੰ ਰੀਜ਼ਨ ਦੱਸਣਾ ਚਾਹਾਂਗਾ। ਜਦੋਂ ਕੋਈ ਵੀ ਕੈਂਡੀਡੇਟ ਆ ਉਹ ਐਕਸਪ੍ਰੈਸ ਐਂਟਰੀ ਦਾ ਪ੍ਰੋਫਾਈਲ ਕਰਦਾ ਆ, ਉਹ ਉਦੋਂ ਹੀ ਤਿਆਰ ਕਰਦਾ ਹੈਗਾ ਜਦੋਂ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਮੈਂ ਕੁਆਲੀਫਾਈ ਕਰ ਗਿਆ ਪ੍ਰੋਗਰਾਮ ਲਈ, ਨੰਬਰ 1 ਪੁਆਇੰਟ। ਨੰਬਰ 2, ਮੇਰੇ ਪੁਆਇੰਟਸ ਉਨੇ ਬਣ ਰਹੇ ਨੇ ਜਾਂ ਮੈਂ ਅੱਗੇ ਪਿੱਛੇ ਆ, ਆਈ ਐਮ ਕਲੋਜ਼ ਟੂ ਮਿਨੀਮਮ ਕੱਟ ਆਫ, ਰਾਈਟ। ਕਿਉਂਕਿ ਜਦੋਂ ਤੋਂ ਐਕਸਪ੍ਰੈਸ ਐਂਟਰੀ ਲਾਂਚ ਹੋਈ ਹੈਗੀ, ਹਮੇਸ਼ਾ ਆਪਾਂ ਐਨਾਲਿਸਿਸ ਕਰਦੇ ਹਾਂ ਕਿ ਐਰ ਕੀ ਅਗਰ ਕੱਟ ਆਫ ਸੇ ਫॉर एग्जांपल 450 ਤੇ ਗਿਆ ਹੈਗਾ ਤੇ ਨੈਕਸਟ ਕੱਟ ਆਫ ਕਿੰਨਾ ਜਾਊਗਾ ਜੀ। ਐਕਸਪ੍ਰੈਸ ਐਂਟਰੀ ਦੀ ਇਨਵੈਂਟਰੀ ਹੈਗੀ, ਉੱਥੇ ਗਵਰਨਮੈਂਟ ਡਿਕਲੇਅਰ ਕਰਦੀ ਹੈਗੀ ਕਿ ਸਾਡੇ ਪੂਲ ਦੇ ਵਿੱਚ ਕਿੰਨੇ ਕੈਂਡੀਡੇਟਸ ਨੇ, ਸੇ ਫॉर एग्जांपल 400 ਪੁਆਇੰਟਸ ਤੋਂ ਲੈ ਕੇ 450 ਪੁਆਇੰਟਸ ਤੱਕ ਕਿੰਨੇ ਕੈਂਡੀਡੇਟ ਨੇ ਜੀ, ਠੀਕ ਹੈ। ਤੇ ਉਸ ਡੇਟਾ ਦੇ ਬੇਸ ਤੇ ਆਪਾਂ ਪ੍ਰੋਜੈਕਟ ਕਰਦੇ ਹਾਂ ਕਿ ਨੈਕਸਟ ਕੱਟ ਆਫ ਜਿਹੜਾ ਹੈਗਾ ਕਿੰਨਾ ਜਾਊਗਾ। ਬਿਲਕੁਲ, ਹੁਣ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਸਾਡੇ ਕੈਂਡੀਡੇਟ ਚੱਕੇ ਗਏ 27 ਐਂਡ ਟੂ ਬੀ ਵੈਰੀ 27,000 ਕੁਛ ਨਹੀਂ ਹੈਗਾ, ਨਥਿੰਗ। ਇੱਥੇ ਤਾਂ ਲੱਖਾਂ ਦੀ ਗਿਣਤੀ ਚ ਜਿਹੜੇ ਨੇ ਕੈਂਡੀਡੇਟਸ ਨੇ, ਉਹਨਾਂ ਦੀ ਜਿਹੜੀ ਵੈਬਸਾਈਟ ਸੀਗੀ ਕ੍ਰੈਸ਼ ਕਰ ਗਈ ਸੀਗੀ ਜਿਸ ਦਿਨ ਡਰਾ ਆਇਆ ਸੀਗਾ ਉਸ ਤੋਂ ਨੈਕਸਟ ਡੇ, ਬਿਕਾਜ਼ ਜਿਹੜੇ ਕੈਂਡੀਡੇਟ ਸੀਗੇ ਉਹ ਸੋਚਣ ਲੱਗ ਪਏ ਚਲੋ ਆਪਾਂ ਵੀ ਪ੍ਰੋਫਾਈਲ ਤਿਆਰ ਕਰ ਲੈਂਦੇ ਹਾਂ, ਪਤਾ ਨਹੀਂ ਗਵਰਨਮੈਂਟ ਨੇ ਕਦੋਂ ਇਨਵੀਟੇਸ਼ਨ ਭੇਜ ਦੇਣੀ ਆ। ਸੋ ਕਮਿੰਗ ਟੂ ਦ ਪੁਆਇੰਟ, ਨੈਕਸਟ ਡਰਾ ਕਿੰਨੇ ਤੇ ਜਾਊਗਾ, ਇਟਸ 100% ਅਨਸਰਟੇਨ, ਠੀਕ ਹੈ। ਬਟ ਅਗਰ ਗਵਰਨਮੈਂਟ ਸੋਚਦੀ ਕਿ ਚਲੋ ਆਪਾਂ ਓਨਲੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜਦੇ ਹਾਂ, ਤੇ ਸੇ ਫॉर एग्जांपल ਕੱਟ ਆਫ 400 ਦੇ ਲਾਗੇ ਛਾਗੇ ਜਾ ਸਕਦਾ ਹੈ, ਰਾਈਟ, ਕਿਉਂਕਿ ਹੁਣ ਸਾਰਿਆਂ ਨੇ ਤਿਆਰ ਕਰਨਾ ਹੈਗਾ, ਰਾਈਟ। ਸਾਡੇ ਕੋਲੇ ਜਿਹੜੇ ਕਲਾਇੰਟਸ ਆਉਂਦੇ ਸੀਗੇ ਤੇ ਮੋਸਟ ਰੀਸੈਂਟ ਕੱਟ ਆਫ ਸੀਗਾ 454, 75 ਤੋਂ ਪਹਿਲਾਂ ਵਾਲਾ, ਰਾਈਟ। ਤੇ ਜਦੋਂ ਆਪਾਂ ਐਨਾਲਿਸਿਸ ਕਰਦੇ ਸੀਗੇ, ਠੀਕ ਹੈ, ਜਿਨ੍ਹਾਂ ਦੇ ਪੁਆਇੰਟਸ 400 ਬਣ ਰਹੇ ਨੇ, 420 ਬਣ ਰਹੇ ਨੇ, ਚਲੋ ਪ੍ਰੋਫਾਈਲ ਆਪਾਂ ਕ੍ਰੀਏਟ ਕਰ ਲੈਂਦੇ ਹਾਂ। ਕਲਾਇੰਟ ਨੂੰ ਜਦੋਂ ਆਪਾਂ ਐਡਵਾਈਸ ਕਰਦੇ ਸੀਗੇ ਤੁਸੀਂ ਪ੍ਰੋਫਾਈਲ ਕ੍ਰੀਏਟ ਕਰੋ, ਨਾਓ ਯੂ ਆਰ ਕਲੋਜ਼, ਐਂਡ ਕਲਾਇੰਟ ਵੀ ਸੋਚਦਾ ਸੀਗਾ ਮੰਨ ਲਓ 400 ਤੋਂ ਘੱਟ ਪੁਆਇੰਟ ਬਣ ਰਹੇ ਨੇ, ਆਪਾਂ ਪ੍ਰੋਫਾਈਲ ਕਾਤੋਂ ਕ੍ਰੀਏਟ ਕਰੀਏ, ਵੀ ਵਿਲ ਹੈਵ ਟੂ ਰਿਟੇਨ ਸਰਵਿਸਿਜ਼ for our case, right? ਸਾਨੂੰ ਮਿਨੀਮਮ ਫੀਸ ਪੇ ਕਰਨੀ ਪੈਣੀ ਕੰਸਲਟੈਂਟ ਦੀ, ਲਾਇਰ ਦੀ, ਕਿਸੇ ਜਿਹਨਾਂ ਤੋਂ ਆਪਾਂ ਸਰਵਿਸਿਜ਼ ਲੈ ਰਹੇ ਹਾਂ, ਰਾਈਟ। ਤੇ ਜਦੋਂ ਫਿਊਚਰ ਅਨਸਰਟੇਨ ਹੈਗਾ, ਕੈਂਡੀਡੇਟ ਨੂੰ ਪਤਾ ਹੀ ਨਹੀਂ ਹੈਗਾ ਕਿ 400 ਤੇ ਇਨਵੀਟੇਸ਼ਨ ਆਊਗੀ ਕਿ ਨਹੀਂ ਆਊਗੀ, then why he or she should pay and create their profile, ਠੀਕ ਹੈ। ਤੇ ਇਸ ਅਸਮੰਜਸ ਦੇ ਵਿੱਚ ਜਾਂ ਕਿ ਜਿਹੜਾ ਪੁਆਇੰਟ ਹੈਗਾ ਕਿ ਕੱਟ ਆਫ ਇਨਵੀਟੇਸ਼ਨ ਆਊਗੀ ਕਿ ਨਹੀਂ ਆਊਗੀ, ਕੈਂਡੀਡੇਟਸ ਆਪ ਦਾ ਪ੍ਰੋਫਾਈਲ ਤਿਆਰ ਨਹੀਂ ਕਰਦੇ ਸੀਗੇ, ਉਹਨਾਂ ਦੇ ਲਈ ਅਨਫੇਅਰ ਹੋ ਗਿਆ। ਕਿਉਂਕਿ ਸਾਰੇ ਕੈਂਡੀਡੇਟ, ਸਾਰੇ ਕੰਸਲਟੈਂਟ ਪ੍ਰੋਫਾਈਲ ਉਦੋਂ ਤਿਆਰ ਕਰਦੇ ਸੀਗੇ ਜਦੋਂ ਉਹਨਾਂ ਨੂੰ ਲੱਗਦਾ ਸੀਗਾ ਵੀ ਆਰ ਕਲੋਜ਼ ਟੂ ਕੱਟ ਆਫ। ਆਹ ਤਾਂ ਇਕੱਲੇ ਦੇਖੋ ਕਿਸਮਤ ਦੀ ਗੱਲ ਹੈਗੀ ਸ਼ਹਿਰੀ ਜੀ, ਬਿਲਕੁਲ, ਕਿ ਜਿਨ੍ਹਾਂ ਨੇ ਤਿਆਰ ਕਰ ਲਿਆ ਉਹਨਾਂ ਦੀ ਲੋਟਰੀ ਲੱਗ ਗਈ, ਦੈਟਸ ਆਲ। ਬਿਲਕੁਲ, ਲੋਟਰੀ ਵਾਕਈ ਲੋਟਰੀ ਲੱਗ ਗਈ, ਬਿਲਕੁਲ ਲੋਟਰੀ ਵਾਲਾ ਹੀ ਮੰਨਿਆ ਜਾ ਰਿਹਾ। ਲੋਟਰੀ ਦਾ ਸਿਸਟਮ ਤਾਂ ਗਵਰਨਮੈਂਟ ਨੇ ਪੈਰੈਂਟਸ ਲਈ ਬਣਾਇਆ ਹੈਗਾ। ਸੋ ਵਾਟ ਵੀ ਸ਼ੁੱਡ ਥਿੰਕ ਕਿ ਹੁਣ ਜਿਹੜਾ ਇਕਨੋਮਿਕ ਇੰਟੀਗ੍ਰੇਸ਼ਨ ਪ੍ਰੋਗਰਾਮ ਹੈਗਾ ਗਵਰਨਮੈਂਟ ਦਾ, ਐਕਸਪ੍ਰੈਸ ਐਂਟਰੀ ਦਾ, ਜਿਹਦੇ ਲਈ ਇਮੀਗ੍ਰੇਸ਼ਨ ਮਿਨਿਸਟਰ ਐਂਡ ਕੈਨੇਡੀਅਨ ਗਵਰਨਮੈਂਟ ਕਹਿੰਦੀ ਹੈਗੀ ਕਿ ਦਿਸ ਇਜ਼ ਦ ਬੈਸਟ ਇਮੀਗ੍ਰੇਸ਼ਨ ਪ੍ਰੋਗਰਾਮ ਕੈਨੇਡੀਅਨ ਗਵਰਨਮੈਂਟ ਹੈਜ਼ ਐਵਰ ਡਿਜ਼ਾਈਨਡ, ਜੀ, ਕਿ ਬੈਸਟ ਪ੍ਰੋਗਰਾਮ ਹੈਗਾ, ਸਭ ਤੋਂ ਵਧੀਆ ਕੰਮ ਕਰ ਰਿਹਾ ਹੈਗਾ, ਆਊਟਕਮ ਇਜ਼ ਵੈਰੀ ਨਾਈਸ, ਵੀ ਆਰ ਮੋਰ ਦੈਨ ਹੈਪੀ ਫਰੋਮ ਦਿਸ ਪ੍ਰੋਗਰਾਮ। ਇਸ ਪ੍ਰੋਗਰਾਮ ਦੀ ਗਾਈਡਲਾਈਨਸ ਵੀ ਬੜੀ ਟਫ ਹੈਗੀਆਂ, ਰਾਈਟ। ਇੰਗਲਿਸ਼ ਚਾਹੀਦੀ, ਐਕਸਪੀਰੀਅੰਸ ਚਾਹੀਦਾ, ਐਜੂਕੇਸ਼ਨ ਚਾਹੀਦੀ, ਕਾਫੀ ਕੁਝ ਚਾਹੀਦਾ ਹੁੰਦਾ, ਰਾਈਟ। ਇਹਨਾਂ ਨੂੰ ਵੀ ਆਪਾਂ ਕਿਸਮਤ ਦੇ, ਯੈਸ, ਆਈਲੈਟਸ ਕੋਰਸ ਚਾਹੀਦਾ। ਇਸ ਪ੍ਰੋਗਰਾਮ ਨੂੰ ਵੀ ਆਪਾਂ ਕਿਸਮਤ ਦੇ ਮੱਥੇ ਛੱਡ ਦਿਆਂਗੇ ਆਪਾਂ, ਇਹਨਾਂ ਨੂੰ ਵੀ ਲੋਟਰੀ ਸਿਸਟਮ ਬਣਾਉਣਾ ਹੈਗਾ। ਥਿੰਕ ਪ੍ਰੈਕਟੀਕਲੀ, ਇਹਦੇ ਵਿੱਚ ਕੋਈ ਲੌਜਿਕ ਨਹੀਂ ਬਣਦਾ ਹੈਗਾ, ਰਾਈਟ। ਜਿਹੜੇ ਸਟੂਡੈਂਟਸ ਇੱਥੇ ਆ ਰਹੇ ਨੇ, ਦੇ ਸਪੈਂਡ ਅਰਾਊਂਡ $50,000 ਫॉर ਕਾਲਜਸ ਐਂਡ ਯੂਨੀਵਰਸਿਟੀਜ਼, ਰਾਈਟ। ਇੱਥੇ ਕੰਮ ਕਰ ਰਹੇ ਨੇ, ਕਿ ਉਹਨਾਂ ਦਾ ਫਿਊਚਰ ਵੀ ਲੋਟਰੀ ਸਿਸਟਮ ਤੇ ਬੇਸਡ ਹੋਊਗਾ। Does it make sense? It doesn't make any sense, right? ਤੇ ਉਹਨਾਂ ਨੂੰ ਹੁਣ ਕਰਨਾ ਕੀ ਚਾਹੀਦਾ ਸੀਗਾ, rather than inviting 27,000 candidates in one invitation, ਉਹਨਾਂ ਨੂੰ ਹੌਲੀ ਹੌਲੀ ਕਰਕੇ ਸਟੈਪ ਬਾਈ ਸਟੈਪ, ਸੇ ਫॉर एग्जांपल ਪਹਿਲਾਂ ਉਹਨਾਂ ਨੇ 5 ਜਾਂ 6,000 ਨੂੰ ਇਨਵੀਟੇਸ਼ਨ ਭੇਜਣੀ ਸੀਗੀ, ਭਾਵੇਂ ਐਵਰੀ ਵੀਕ ਉਹਨਾਂ ਨੇ ਕਰ ਦੇਣਾ ਸੀਗਾ ਜੀ। ਜਦੋਂ ਉਹਨਾਂ ਨੇ ਇਕੱਲੇ CEC ਨੂੰ ਹੀ ਇਨਵਾਈਟ ਕਰਨਾ ਸੀਗਾ, rather than inviting in one shot, ਥੋੜੇ ਥੋੜੇ ਕਰਕੇ ਕਰਨੇ ਸੀਗੇ। ਤੇ ਫਿਰ ਕੀ ਹੁੰਦਾ ਕਿ ਮੰਨ ਲਓ 400 ਤੇ ਇਨਵੀਟੇਸ਼ਨ ਜਾਂਦੀ, ਫਿਰ ਕਲਾਇੰਟ ਨੂੰ ਹੋ ਜਾਂਦਾ ਠੀਕ ਹੈ 400 ਜਾ ਰਿਹਾ ਹੈਗਾ, ਹੋਰ ਥੱਲੇ ਜਾਊਗਾ, ਲੈਟਸ ਕ੍ਰੀਏਟ ਦ ਪ੍ਰੋਫਾਈਲ,
ਓਕੇ ਤੇ ਇੱਕ ਫੇਅਰ ਚਾਂਸ ਮਿਲਦਾ ਸਾਰਿਆਂ ਨੂੰ, ਫੇਅਰ ਚਾਂਸ ਉਹਨਾਂ ਨੂੰ ਮੌਕਾ ਮਿਲ ਜਾਂਦਾ ਆਪਣੀ ਤਿਆਰੀ ਕਰਨ ਦਾ। ਯੂ ਗॉट ਮਾਈ ਪੁਆਇੰਟ ਕਿ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਜਿਹੜੇ ਡਿਜ਼ਰਵਿੰਗ ਕੈਂਡੀਡੇਟਸ ਨੇ, ਜਿਹੜੇ ਸਟੂਡੈਂਟਸ ਨੇ LMI ਬੇਸਡ ਵਰਕ ਪਰਮਿਟ ਤੇ ਇੱਥੇ ਕੰਮ ਕਰ ਰਹੇ ਨੇ। ਬਿਲਕੁਲ ਇੱਥੇ ਇੱਕ ਕਨਫਿਊਜ਼ਨ ਇਹ ਵੀ ਸੀਗੀ ਅਨੁਜ ਜੀ ਕਿ ਕੁਝ ਲੋਕ ਜਿਹੜੇ ਕਿ ਸਿਰਫ ਪੁਆਇੰਟਸ ਪੂਰੇ ਕਰਨ ਦੇ ਚੱਕਰ ਦੇ ਵਿੱਚ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ 400 ਜਾਂ 400 ਤੋਂ ਉੱਪਰ ਸੀਗੇ ਸਕੋਰ, ਉਹ ਪੂਰਾ ਕਰਨ ਦੇ ਵਿੱਚ, ਉਹ ਆਪਣੀਆਂ ਚੀਜ਼ਾਂ ਨੂੰ ਕੰਪਲੀਟ ਕਰਨ ਦੇ ਵਿੱਚ ਉਹਨਾਂ ਨੇ ਫਾਈਲ ਲਗਾਈ ਨਹੀਂ। ਫਿਰ ਉਹਨਾਂ ਨੂੰ ਇਹ ਸੀ ਕਿ ਇੰਨੇ ਸਕੋਰ ਚਾਹੀਦੇ ਤੇ ਮੇਰੇ ਹਜੇ ਬਣ ਨਹੀਂ ਰਹੇ, ਤੇ ਉਹ ਪੁਆਇੰਟਸ ਦੀ ਤਿਆਰੀ ਕਰਦੇ ਪਏ ਸੀਗੇ। ਕਈਆਂ ਨੇ ਲੈਂਗੁਏਜ ਕੋਰਸ ਜਿਹੜੇ ਆ ਉਹ ਤਿਆਰੀ ਕਰ ਰਹੇ ਸੀਗੇ, ਉਹਨਾਂ ਦਾ ਹਜੇ ਪੇਪਰ ਦੇਣਾ ਹੈ, ਔਰ ਕਈਆਂ ਨੇ ਫਾਈਲ ਇਹ ਸੋਚਿਆ ਸੀ ਵੀ ਅਸੀਂ ਪ੍ਰੋਪਰ ਤਿਆਰੀ ਸਾਰੀ ਕਰਕੇ ਪੁਆਇੰਟਸ ਲਾਇਕ ਹੋ ਕੇ ਫਿਰ ਹੀ ਅਸੀਂ ਆਪਣੀ ਫਾਈਲ ਜਿਹੜੀ ਆ ਉਹ ਲਗਾਵਾਂਗੇ। ਔਰ ਇੱਕਦਮ ਜਦੋਂ ਇਹ 75 ਵਾਲਾ ਸਕੋਰ ਆਇਆ ਤਾਂ ਵਾਕਈ ਉਹ ਸਭ ਤੋਂ ਜ਼ਿਆਦਾ ਹੈਰਾਨ ਹੋਏ, ਔਰ ਉਹਨਾਂ ਦੇ ਵਾਕਈ ਮੂੰਹ 'ਚ ਇਹੀ ਗੱਲ ਨਿਕਲੀ ਸੀ ਕਿ ਕਾਸ਼ ਅਸੀਂ ਵੀ ਇਸ ਟਾਈਮ ਦੇ ਉੱਤੇ ਫਾਈਲ ਲਗਾ ਚੁੱਕੇ ਹੁੰਦੇ। ਐਗਜ਼ੈਕਟਲੀ, ਤੁਸੀਂ ਸਹੀ ਐਨਾਲਿਸਿਸ ਕੀਤੀ ਹੈਗੀ, ਰਾਈਟ? ਬਿਲਕੁਲ। So that's why I'm using the term ਕਿ this was not fair for everybody. Nobody get the chance. Right? ਓਕੇ, ਸੋ ਇਸ ਰਿਗਾਰਡਿੰਗ ਕੋਈ ਪਹਿਲਾਂ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਸੀ? ਇਦਾਂ ਹੁੰਦਾ ਹੈ ਕਿ ਪਹਿਲਾਂ ਪਤਾ ਚੱਲ ਜੇ ਕਿ ਇੰਨੇ ਤੋਂ ਇੰਨੇ ਦੇ ਵਿੱਚ ਸਕੋਰ ਦੇ ਵਿੱਚ ਫਾਈਲਾਂ ਚੱਕੀਆਂ ਜਾ ਸਕਦੀਆਂ ਨੇ, ਇਹਦੀ ਇਨਫੋਰਮੇਸ਼ਨ ਪਹਿਲਾਂ ਬਾਹਰ ਨਿਕਲ ਸਕੇ? ਦੇਖੋ, ਜਿਹੜਾ ਮਿਨੀਮਮ ਕਟ ਆਫ ਦਾ ਹੈਗਾ ਉਹ ਇਕੱਲੇ ਆਪਾਂ ਪ੍ਰੋਜੈਕਟ ਕਰ ਸਕਦੇ ਹਾਂ ਬੇਸਡ ਔਨ देयर ਜਿਹੜਾ ਉਹਨਾਂ ਦਾ ਐਕਸਪ੍ਰੈਸ ਐਂਟਰੀ ਦਾ ਜਿਹੜਾ IT ਦਾ ਪੇਜ ਹੈਗਾ, ਉੱਥੇ ਜਿਹੜਾ ਡੇਟਾ ਹੈਗਾ ਉਹਨਾਂ ਦਾ, ਉਹ ਡੇਟਾ ਦੇ ਵਿੱਚ ਸ਼ੋ ਕਰਦੇ ਨੇ ਕਿ ਸੇ ਫॉर एग्जांपल 400 to 450 ਕਿੰਨੇ ਕੈਂਡੀਡੇਟਸ ਪੂਲ ਦੇ ਵਿੱਚ ਨੇ। ਪਰ ਗਵਰਨਮੈਂਟ ਪਹਿਲਾਂ ਕਦੀ ਡਿਕਲੇਅਰ ਨਹੀਂ ਕਰਦੀ ਹੈਗੀ, ਅੱਜ ਤੱਕ ਕਦੀ ਨਹੀਂ ਕੀਤਾ ਕਿ ਨੈਕਸਟ ਡਰਾ ਕਿੰਨੇ 'ਚ ਜਾਊਗਾ। ਕਰਨਾ ਵੀ ਨਹੀਂ ਚਾਹੀਦਾ, ਕਹਿ ਦੇਣਗੇ ਕਿ ਨੈਕਸਟ ਡਰਾ 400 ਤੇ ਜਾਊਗਾ, ਤੇ ਸਾਰਿਆਂ ਨੂੰ ਪਤਾ ਹੋ ਗਿਆ ਆਪਣਾ ਨੰਬਰ ਆ ਜਾਊਗਾ। ਬਿਲਕੁਲ ਬਿਲਕੁਲ, ਉਹਨਾਂ ਦਾ ਸਿਸਟਮ ਕ੍ਰੈਸ਼ ਕਰ ਜਾਊਗਾ। ਜੀ ਬਿਲਕੁਲ, ਠੀਕ ਹੈ। ਤੇ ਜਿਹੜਾ ਪਹਿਲਾਂ ਚੱਲਦਾ ਸੀਗਾ ਵਧੀਆ ਸਿਸਟਮ ਸੀਗਾ ਕਿ ਤੁਸੀਂ ਸਟੈਪ ਬਾਈ ਸਟੈਪ ਇਨਵੀਟੇਸ਼ਨ ਭੇਜੀ ਜਾਓ, ਬੰਦੇ ਨੂੰ ਆਟੋਮੈਟਿਕਲੀ ਪਤਾ ਲੱਗ ਜਾਊਗਾ, ਰਾਈਟ, ਕਿ ਹੁਣ ਇੰਨੇ ਤੇ ਜਾ ਰਿਹਾ ਹੈਗਾ, ਹੁਣ ਥੱਲੇ ਜਾਣ ਦੇ ਚਾਂਸਸ ਹੈਗੇ, ਲੋਕੀ ਐਕਟੀਵੇਟ ਹੋ ਕੇ ਆਪੇ ਪ੍ਰੋਫਾਈਲ ਤਿਆਰ ਕਰ ਦਿੰਦੇ। ਵੀ ਡੂ ਦ ਸੇਮ ਥਿੰਗ। ਬਿਲਕੁਲ। ਇਹ ਅਨੁਜ, ਮੇਰਾ ਇਸ ਲਈ ਸਵਾਲ ਹੈ ਕਿ ਐਕਸਪ੍ਰੈਸ ਐਂਟਰੀ ਜਿਹੜਾ ਪ੍ਰੋਫਾਈਲ ਹੈ ਉਹਨੂੰ ਬਣਾਉਣ ਦੇ ਲਈ ਤੁਸੀਂ ਦੱਸੋਗੇ ਕਿ ਮਿਨੀਮਮ ਜਿਹੜੀਆਂ ਰਿਕੁਆਇਰਮੈਂਟਸ ਹੈ ਉਹ ਕੀ ਹੋਣੀਆਂ ਚਾਹੀਦੀਆਂ ਨੇ? ਓਕੇ, ਆਈ ਵਿਲ ਗਿਵ ਯੂ ਵਨ ਐਗਜ਼ਾਮਪਲ। ਸੇ ਫॉर एग्जांपल ਕੋਈ ਇੱਥੇ ਵਰਕਰ ਆ, ਸਟੂਡੈਂਟ, ਉਹਨਾਂ ਨੇ ਇੱਥੇ ਕੈਨੇਡਾ 'ਚ ਪੜ੍ਹਾਈ ਕੀਤੀ ਹੈਗੀ, ਹੁਣ ਉਹਨਾਂ ਨੂੰ ਕੰਮ ਕਰਦੇ ਹੋਏ ਸਾਲ ਹੋ ਗਿਆ, ਉਹਨਾਂ ਦੇ ਕੋਲੇ ਸਕਿਲਡ ਵਰਕ ਐਕਸਪੀਰੀਅੰਸ ਹੈਗਾ। ਸੋ ਪ੍ਰੀਸਾਈਜ਼ਲੀ ਆਨਸਰਿੰਗ ਯੂਰ ਕੁਐਸਚਨ ਕਿ ਐਕਸਪ੍ਰੈਸ ਐਂਟਰੀ ਦਾ ਪ੍ਰੋਫਾਈਲ ਤਿਆਰ ਕਰਨ ਲਈ ਕਿਹੜੀ ਇਨਫੋਰਮੇਸ਼ਨ ਚਾਹੀਦੀ, ਕਿਹੜੇ ਡਾਕੂਮੈਂਟ ਚਾਹੀਦੇ? ਪਾਸਪੋਰਟ ਦੀ ਕਾਪੀ ਚਾਹੀਦੀ ਜੀ, IELTS ਦਾ ਸਰਟੀਫਿਕੇਟ ਚਾਹੀਦਾ, 1 ਸਾਲ ਦੇ ਐਕਸਪੀਰੀਅੰਸ ਅਗਰ ਹੈਗਾ ਤੇ ਇੰਪਲੋਇਰ ਦੀ ਇਨਫੋਰਮੇਸ਼ਨ ਚਾਹੀਦੀ, ਤੇ ਅਗਰ ਉਹਨਾਂ ਦੇ ਕੋਲੇ ਕੋਈ ਜੌਬ ਆਫਰ ਹੈਗੀ ਹੈ, LMI ਬੇਸਡ ਜੌਬ ਆਫਰ ਹੈਗੀ, ਤਾਂ LMI ਦੀ ਇਨਫੋਰਮੇਸ਼ਨ ਚਾਹੀਦੀ। ਓਕੇ, ਰਾਈਟ। ਅਗਰ ਉਹਨਾਂ ਦਾ ਇੱਥੇ ਕੋਈ ਰਿਲੇਟਿਵ ਹੈਗਾ, ਰਿਲੇਟਿਵ ਮੀਨਸ ਰੀਅਲ ਬ੍ਰਦਰ ਔਰ ਸਿਸਟਰ, ਓਕੇ, ਤਾਂ ਕੱਲੇ ਡਿਕਲੇਅਰ ਹੀ ਕਰਨਾ ਹੈਗਾ ਕਿ ਦੇ ਹੈਵ देयर सिबलिंग, ਕੋਈ ਇੱਥੇ ਰਹਿੰਦਾ ਆਪਣਾ ਬਲੱਡ ਦੇ ਵਿੱਚ, ਯੈਸ, ਦੇ ਮਸਟ ਬੀ ਕੈਨੇਡੀਅਨ ਸਿਟੀਜ਼ਨ ਔਰ PR। ਓਕੇ, ਕੱਲੇ ਇਨਫੋਰਮੇਸ਼ਨ ਚਾਹੀਦੀ, ਦੈਟਸ ਆਲ, ਨਾਟ ਟੂ ਮਚ। ਓਕੇ, ਨਾਟ ਟੂ ਮਚ। ਠੀਕ ਹੈ, ਯਾ। ਓਕੇ, ਸੋ ਜਿਹੜਾ ਇਹ NOC ਕੋਡ ਹੈ, ਇਹਦੇ ਬਾਰੇ ਦੱਸੋਗੇ ਕਿ ਇਹ ਕੀ ਹੁੰਦਾ ਔਰ ਕਿੰਨਾ ਹੋਣਾ ਚਾਹੀਦਾ ਹੈ? ਓਕੇ, NOC ਮੀਨਸ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ। ਤੇ ਗਵਰਨਮੈਂਟ ਨੇ ਕੀ ਕੀਤਾ ਹੈਗਾ ਕਿ ਕੈਨੇਡਾ ਦੇ ਵਿੱਚ ਜਿੰਨੀ ਵੀ ਜੌਬਾਂ ਹੈਗੀਆਂ ਉਹਨਾਂ ਨੂੰ ਕਲਾਸੀਫਾਈ ਕੀਤਾ ਹੈਗਾ ਕਿ ਕਿਹੜੀ ਜੌਬ ਸਕਿਲਡ ਹੈਗੀ ਆ, ਕਿਹੜੀ ਜੌਬ ਸੇਮੀ ਸਕਿਲਡ ਹੈਗੀ ਆ, ਜਾਂ ਕਿ ਅਨਸਕਿਲਡ ਹੈਗੀ ਆ। ਉਹਨਾਂ ਨੇ 5 ਕੈਟਾਗਰੀਜ਼ ਡਿਵਾਈਡ ਕੀਤੀਆਂ ਹੈਗੀਆਂ, NOC 0, A, B, C and D। ਓਕੇ, ਐਕਸਪ੍ਰੈਸ ਐਂਟਰੀ ਦੇ ਵਿੱਚ ਕੁਆਲੀਫਾਈ ਕਰਨ ਲਈ ਜਿਹੜਾ ਐਕਸਪੀਰੀਅੰਸ ਚਾਹੀਦਾ, ਜਿਹੜਾ ਤਜਰਬਾ ਚਾਹੀਦਾ, ਕੈਨੇਡਾ ਦੇ ਵਿੱਚ ਦਾ ਐਕਸਪੀਰੀਅੰਸ ਹੋਣਾ ਚਾਹੀਦਾ, NOC 0, A ਜਾਂ ਕਿ B ਦਾ ਹੋਣਾ ਚਾਹੀਦਾ। ਓਕੇ, this is very interesting question। ਇਹਦੇ ਪਿੱਛੇ ਰੀਜ਼ਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਬਾਈ ਗਿਵਿੰਗ ਯੂ ਵਨ ਐਗਜ਼ਾਮਪਲ। ਓਕੇ, ਸ਼ੋਰ। ਮੰਨ ਲਓ ਕੋਈ ਸਟੂਡੈਂਟ ਆਇਆ ਇੰਡੀਆ ਤੋਂ, ਉਹਨਾਂ ਨੇ 2 ਸਾਲ ਦੀ ਇੱਥੇ ਪੜ੍ਹਾਈ ਕੀਤੀ, ਪੜ੍ਹਾਈ ਕਰਦੇ ਹੋਏ ਉਹ ਬੱਚਾ ਇੱਥੇ ਕੰਸਟਰਕਸ਼ਨ ਦੇ ਕੰਮ 'ਚ ਲੱਗਿਆ ਸੀਗਾ। 2 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਫਿਰ ਸਟੂਡੈਂਟ ਨੇ 3 ਸਾਲ ਦਾ ਪੋਸਟ ਗ੍ਰੈਡ ਵਰਕ ਪਰਮਿਟ ਲੈ ਲਿਆ। 1 ਸਾਲ ਉਹਨਾਂ ਨੇ ਕੰਮ ਕੀਤਾ ਸੇਮ ਕੰਸਟਰਕਸ਼ਨ ਕੰਪਨੀ ਦੇ ਵਿੱਚ, ਤੇ 1 ਸਾਲ ਦਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਕਿਹੜਾ ਹੈਗਾ, ਸਕਿਲਡ ਹੈਗਾ ਕਿ ਸੇਮੀ ਸਕਿਲਡ ਹੈਗਾ? ਦੈਟ ਦ ਕੁਐਸਚਨ ਇਜ਼, ਰਾਈਟ। ਉਸ ਤੋਂ ਪਹਿਲਾਂ ਪੁਆਇੰਟ, ਜਿਹੜਾ ਕੰਮ ਉਹਨਾਂ ਨੇ ਐਜ਼ ਅ ਸਟੂਡੈਂਟ ਕੀਤਾ ਸੀਗਾ ਉਹ ਕਾਊਂਟ ਨਹੀਂ ਹੋਊਗਾ, ਉਹ 1 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਜਿਹੜਾ ਉਹਨਾਂ ਨੇ ਬੇਸ ਬਣਾਉਣਾ ਹੈਗਾ, ਕਲੇਮ ਕਰਨਾ ਹੈਗਾ, ਰਾਈਟ, ਉਹ ਉਦੋਂ ਤੋਂ ਸ਼ੁਰੂ ਹੋਊਗਾ ਜਦੋਂ ਬੱਚੇ ਨੇ ਪੜ੍ਹਾਈ ਕੰਪਲੀਟ ਕਰ ਲਈ ਆ ਉਸ ਦਿਨ, ਤੇ ਪੋਸਟ ਗ੍ਰੈਡ ਵਰਕ ਪਰਮਿਟ ਦੀ ਫਾਈਲ ਲਾਤੀ ਹੈਗੀ, ਉਸ ਤੋਂ ਬਾਅਦ ਦਾ ਐਕਸਪੀਰੀਅੰਸ ਕਾਊਂਟ ਸ਼ੁਰੂ ਹੋਊਗਾ। ਤੇ ਅਗਰ ਬੱਚੇ ਨੇ ਕੰਸਟਰਕਸ਼ਨ ਦੇ ਵਿੱਚ ਕੰਮ ਕੀਤਾ ਹੈਗਾ, ਤੇ ਫਰਜ਼ ਕਰੋ ਜਦੋਂ ਤੱਕ ਪੜ੍ਹਦਾ ਸੀਗਾ ਬੱਚਾ, ਉਦੋਂ ਦਾ ਐਕਸਪੀਰੀਅੰਸ ਜਿਹੜਾ ਹੈਗਾ ਹੈਲਪਰ ਕਾਊਂਟ ਹੋ ਜਾਊਗਾ। ਉਸ ਤੋਂ ਬਾਅਦ ਦਾ ਸਕਿਲ ਕੈਟਾਗਰੀ ਦਾ ਹੋ ਸਕਦਾ ਹੈਗਾ, ਅਗਰ ਮੰਨ ਲਓ ਫਰੇਮਿੰਗ ਦੀ ਕੰਪਨੀ ਹੈਗੀ ਤਾਂ ਫਰੇਮਰ ਹੋ ਸਕਦਾ, ਫਰੇਮਰ, ਕਾਰਪੈਂਟਰ। ਅਗਰ ਡਰਾਈਵਾਲ ਦੀ ਕੰਪਨੀ ਹੈਗੀ ਤਾਂ ਸਟੂਡੈਂਟ ਮੇ ਬੀ ਅ ਡਰਾਈਵਾਲ ਇੰਸਟਾਲਰ, ਰਾਈਟ। ਅਗਰ ਕੋਈ ਸਟੂਡੈਂਟ ਗੈਸ ਸਟੇਸ਼ਨ ਤੇ ਕੰਮ ਕਰ ਰਿਹਾ ਸੀਗਾ, ਸੋ ਫॉर 2 ਇਅਰਸ ਦੇ ਮੇ ਬੀ ਅ
cashier and afterwards they may be supervisor. ਜੀ Technical point is ਜਦੋਂ ਆਪਾਂ term use ਕਰਦੇ ਹਾਂ skilled, ਠੀਕ ਹੈ, ਤੇ skilled job ਕਰਨ ਲਈ ਉਸ ਤੋਂ ਪਹਿਲਾਂ experience ਹੋਣਾ ਚਾਹੀਦਾ। ਓਕੇ ਠੀਕ ਹੈ, ਸੇ ਫॉर एग्जांपल ਮੈਂ ਕਹਿ ਰਿਹਾ ਕਿ ਇੱਕ ਕੈਂਡੀਡੇਟ ਆ, ਉਹ ਡਾਕਟਰ ਆ, I'm giving you a big example, right? ਜੀ ਪਰ ਡਾਕਟਰ ਬਣਨ ਲਈ ਪਹਿਲਾਂ 5 ਸਾਲ ਦੀ ਪੜ੍ਹਾਈ ਕਰਨੀ ਪੈਣੀ, ਬਿਲਕੁਲ ਫਿਰ ਉਹ ਬੰਦਾ ਡਾਕਟਰ ਬਣੂਗਾ, ਜੀ ਉਸ ਤੋਂ ਪਹਿਲਾਂ ਡਾਕਟਰ ਨਹੀਂ ਬਣ ਸਕਦਾ। ਬਿਲਕੁਲ ਬਿਲਕੁਲ ਰਾਈਟ, ਇਦਾਂ ਹੀ ਅਗਰ ਮੰਨ ਲਓ ਮੈਂ ਅੱਜ ਤੱਕ ਕਦੀ ਵੀ ਕੰਸਟਰਕਸ਼ਨ ਦਾ ਕੰਮ ਨਹੀਂ ਕੀਤਾ, ਮੈਂ ਪੜ੍ਹਾਈ ਦੇ ਦੌਰਾਨ ਹੋਰ ਕਿਤੇ ਕੰਮ ਕਰਦਾ ਰਿਹਾ, ਮੈਂ ਗੈਸ ਸਟੇਸ਼ਨ ਤੇ ਕੰਮ ਕਰਦਾ ਰਿਹਾ, ਹੁਣ ਮੈਨੂੰ ਕੰਸਟਰਕਸ਼ਨ ਦੇ ਵਿੱਚ ਮੈਨੂੰ ਜੌਬ ਮਿਲ ਗਈ, ਇੰਪਲੋਇਰ ਕਹਿ ਰਿਹਾ ਹੈਗਾ ਕਿ ਆਈ ਵਿਲ ਸਪੋਰਟ ਯੂ, ਰਾਈਟ, ਤੇ ਮੈਂ ਜੌਬ ਫੜ ਲਈ ਤੇ ਪਹਿਲੇ ਦਿਨ ਤੋਂ ਕੰਮ ਕਰਨ ਲੱਗ ਪਿਆ, ਤੇ ਉਹ 1 ਸਾਲ ਦਾ ਐਕਸਪੀਰੀਅੰਸ ਮੈਂ ਕਹਿ ਰਿਹਾ ਕਿ ਮੈਂ ਕਾਰਪੈਂਟਰ ਸੀਗਾ। ਤਾਂ ਕੁਐਸਚਨ ਇਜ਼ ਕਿ ਉਹ 1 ਸਾਲ ਦਾ ਐਕਸਪੀਰੀਅੰਸ ਕਾਰਪੈਂਟਰ ਦਾ ਮੰਨਿਆ ਜਾਊਗਾ ਕਿ ਨਹੀਂ ਮੰਨਿਆ ਜਾਊਗਾ? ਐਗਜ਼ੈਕਟਲੀ, ਇਹ ਵਾਕਈ ਬਹੁਤ ਸਾਰੀ ਕਨਫਿਊਜ਼ਨ ਹੁੰਦੀ ਹੈ ਕਿ ਜਦੋਂ ਸਾਡਾ ਪ੍ਰੋਫਾਈਲ ਚੇਂਜ ਹੋ ਗਿਆ ਇੱਥੇ ਆ ਕੇ, ਜਦੋਂ ਅਸੀਂ ਪਹਿਲਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਕਿਸੇ ਹੋਰ ਕੈਟਾਗਰੀ ਦੇ ਵਿੱਚ ਰਿਹਾ, ਹੁਣ ਇੱਥੇ ਆ ਕੇ ਕੈਨੇਡਾ ਦੇ ਵਿੱਚ ਜੌਬ ਆਫਰ ਕਿਤੋਂ ਹੋਰ ਆਪਾਂ ਨੂੰ ਹੋ ਗਈ ਹੈ। ਸੋ ਇਹ ਵਾਕਈ ਬੜੇ ਜਣਿਆਂ 'ਚ ਕਨਫਿਊਜ਼ਨ ਰਹਿੰਦੀ ਕਿ ਉਹ ਮੰਨਿਆ ਜਾਏਗਾ ਸਾਡਾ ਐਕਸਪੀਰੀਅੰਸ, ਇਹ ਕੀ ਮਤਲਬ ਵਾਕਈ ਅਨੁਚਿਤ ਹੋ ਸਕਦਾ ਕਿ ਮੰਨਿਆ ਜਾ ਸਕਦਾ ਹੈ? ਮੰਨਿਆ ਜਾ ਸਕਦਾ ਹੈਗਾ, the straight answer, but technical answer is the job must meet the program requirements. Okay, right, ਬਿਲਕੁਲ। I'll give you example, ਮੰਨ ਲਓ ਕਾਰਪੈਂਟਰ ਦੀ ਜੌਬ ਹੈਗੀ ਆ, ਤੇ ਕਾਰਪੈਂਟਰ ਬਣਨ ਲਈ ਕੈਂਡੀਡੇਟ ਕੋਲੇ ਜਾਂ ਤਾਂ ਕਾਰਪੈਂਟਰ ਦੀ ਪੜ੍ਹਾਈ ਹੋਣੀ ਚਾਹੀਦੀ, ਟ੍ਰੇਡ ਦੀ ਪੜ੍ਹਾਈ ਹੋਣੀ ਚਾਹੀਦੀ, ਜਾਂ ਕਿ ਉਸ ਤੋਂ ਪਹਿਲਾਂ ਕਾਰਪੈਂਟਰ ਹੈਲਪਰ ਦਾ ਜਾਂ ਕਿ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ, ਲੇਬਰ ਦਾ, ਕਿਉਂਕਿ ਕੋਈ ਵੀ ਕੈਂਡੀਡੇਟ ਸਿੱਧੇ ਤੇ ਕਾਰਪੈਂਟਰ ਬਣੂਗਾ ਨਹੀਂ, ਉਹਨਾਂ ਨੂੰ ਪਹਿਲਾਂ ਇੱਕ ਸਿੱਖਣਾ ਪੈਣਾ ਸਾਰਾ ਕੰਮ, ਐਂਡ ਇਟ ਟੇਕਸ ਲਾਈਕ 1 or 2 years, ਰਾਈਟ? ਸੋ ਦਿਸ ਇਜ਼ ਦਾ ਆਨਸਰ। ਤੁਸੀਂ ਜਿਹੜਾ ਸਵਾਲ ਪੁੱਛਿਆ ਸੀਗਾ, ਮੰਨ ਲਓ ਤੁਸੀਂ ਇੰਡੀਆ ਦੇ ਵਿੱਚ ਐਂਕਰ ਸੀਗੇ, ਐਗਜ਼ੈਕਟਲੀ, ਰਾਈਟ, ਨਿਊਜ਼ ਐਂਕਰ ਸੀਗੇ ਜੀ, ਤੁਸੀਂ, ਤੁਹਾਡੇ ਕੋਲ ਪਹਿਲਾਂ ਐਕਸਪੀਰੀਅੰਸ ਸੀਗਾ, ਬਿਲਕੁਲ ਬਿਲਕੁਲ, ਤੁਸੀਂ ਕੈਨੇਡਾ ਦੇ ਵਿੱਚ ਆ ਕੇ ਅਗਰ ਤੁਹਾਨੂੰ ਜੌਬ ਮਿਲਦੀ ਹੈਗੀ, ਯੂ ਕੁਆਲੀਫਾਈ ਫॉर दैट, ਕਿਉਂਕਿ ਤੁਹਾਡੇ ਕੋਲ ਐਕਸਪੀਰੀਅੰਸ ਸੀਗਾ। ਜੀ, ਪਰ ਅਗਰ ਵੈਸੇ ਤੁਸੀਂ ਮੰਨ ਲਓ ਕਿਹਾ, ਪਰ ਮੈਂ ਇੰਡੀਆ ਦੇ ਵਿੱਚ ਵਾਕਿਆ ਐਂਕਰ ਸੀ ਔਰ ਇੱਥੇ ਵੀ I can just feel it. ਜੀ, ਪਲੀਜ਼ ਦੱਸਿਓ ਉਹਦਾ ਕੀ ਪ੍ਰੋਪਰ ਹੈ ਸਾਰੀ ਇਨਫੋਰਮੇਸ਼ਨ। ਸੇ ਫॉर एग्जांपल ਤੁਸੀਂ ਪਹਿਲਾਂ ਐਂਕਰ ਸੀਗੇ, ਇੱਥੇ ਤੁਹਾਨੂੰ ਐਂਕਰ ਦੀ ਜੌਬ ਮਿਲ ਗਈ, ਯੂ ਕੁਆਲੀਫਾਈ, ਤੁਸੀਂ ਉੱਥੇ ਐਂਕਰ ਸੀਗੇ, ਇੱਥੇ ਆ ਕੇ 2 ਸਾਲ ਦੀ ਪੜ੍ਹਾਈ ਕੀਤੀ, ਪੜ੍ਹਾਈ ਕਰਨ ਤੋਂ ਬਾਅਦ ਤੁਹਾਨੂੰ ਐਂਕਰ ਦੀ ਜੌਬ ਮਿਲ ਗਈ, ਯੂ ਕੁਆਲੀਫਾਈ ਫॉर द ਜੌਬ, ਕਿਉਂਕਿ ਤੁਹਾਡੇ ਕੋਲ ਪੁਰਾਣਾ ਐਕਸਪੀਰੀਅੰਸ ਸੀਗਾ, ਰਾਈਟ? ਐਂਡ ਵਾਈਸ ਵਰਸਾ ਮੀਨਸ ਕਿ ਪਹਿਲਾਂ ਤੁਸੀਂ ਉੱਥੇ ਸੇ ਫॉर एग्जांपल ਤੁਸੀਂ ਟੀਚਰ ਸੀਗੇ, ਜੀ, ਠੀਕ ਹੈ, ਇੱਥੇ ਆ ਕੇ ਤੁਸੀਂ 2 ਸਾਲ ਦੀ ਕੋਈ ਹੋਰ ਪੜ੍ਹਾਈ ਕੀਤੀ, ਹੁਣ ਥੋੜੀ ਐਂਕਰਿੰਗ ਦੀ ਜੌਬ ਮਿਲ ਰਹੀ ਹੈਗੀ, ਤੁਸੀਂ ਓਨੈਸਟਲੀ ਦੱਸੋ, ਅਗਰ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ, ਕੈਨ ਯੂ ਡੂ ਦ ਜੌਬ ਫਰਮ ਦ ਫਰਸਟ ਡੇ? ਨਹੀਂ, ਆਈ ਥਿੰਕ ਨਹੀਂ ਹੋ ਪਾਏਗਾ, ਐਕਸਪੀਰੀਅੰਸ ਚਾਹੀਦਾ, ਐਗਜ਼ੈਕਟਲੀ, ਐਕਸਪੀਰੀਅੰਸ ਚਾਹੀਦਾ। ਤਾਂ in terms of skilled job work experience, ਜਿਹੜੀ ਜੌਬ ਹੈਗੀ, ਜਿਹੜੀ ਪੋਜੀਸ਼ਨ ਹੈਗੀ ਆ, ਉਹਦੀ ਰਿਕੁਆਇਰਮੈਂਟਸ ਪੂਰੀ ਹੋਣੀਆਂ ਚਾਹੀਦੀਆਂ, ਜਾਂ ਤਾਂ ਪੜ੍ਹਾਈ ਹੋਣੀ ਚਾਹੀਦੀ, ਜਾਂ ਤਾਂ ਉਸ ਤੋਂ ਪਹਿਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਫਿਰ ਉਹ ਐਕਸਪੀਰੀਅੰਸ ਮੰਨਿਆ ਜਾਊਗਾ। ਓਕੇ, ਸੋ ਵੱਖ-ਵੱਖ ਜਿਹੜੀਆਂ ਐਨਓਸੀ ਜੌਬਸ ਹੈ, ਉਹਨਾਂ ਵਾਸਤੇ ਮਿਨੀਮਮ ਜਿਹੜੀ ਹੈ ਆਈਐਲਟਸ ਦੇ ਜਿਹੜੇ ਸਕੋਰ ਹੈ ਉਹ ਕਿੰਨੇ ਕੁ ਹੋਣੇ ਚਾਹੀਦੇ ਆ? ਓਕੇ, ਸੋ ਜੌਬ technically has to do nothing with English, right? English is a different thing. This is just a program requirement, ਜੀ, ਲੈਂਗੁਏਜ ਕੋਰਸ, ਬਿਲਕੁਲ। ਇੰਗਲਿਸ਼ ਦੀ ਰਿਕੁਆਇਰਮੈਂਟ ਉਦੋਂ ਪੈਂਦੀ ਹੈ ਕਿ ਜਦੋਂ ਆਪਾਂ ਕੋਈ ਵਰਕ ਪਰਮਿਟ ਦੀ ਫਾਈਲ ਲਾਉਂਦੇ ਆ ਓਵਰਸੀਜ਼ ਤੋਂ, ਜੀ, ਜਾਂ PR ਦੀ ਫਾਈਲ ਲਾਉਂਦੇ ਆ ਓਵਰਸੀਜ਼ ਤੋਂ। ਸੇ ਫॉर एग्जांपल ਆਪਾਂ ਕੋਈ ਫਾਈਲ ਲਾ ਰਹੇ ਨੇ ਵਰਕ ਪਰਮਿਟ ਦੀ ਵੈਟਰਨਰੀ ਟੈਕਨੀਸ਼ੀਅਨ ਦੀ, ਰਾਈਟ? ਮੈਂ ਇੰਡੀਆ ਦੇ ਵਿੱਚ ਵੈਟਰਨਰੀ ਦਾ ਕੰਮ ਕਰਦਾ, ਹੁਣ ਮੈਂ ਕੈਨੇਡਾ ਆ ਕੇ ਮੈਨੂੰ ਜੌਬ ਆਫਰ ਮਿਲੀ ਹੈਗੀ ਵੈਟਰਨਰੀ ਟੈਕਨੀਸ਼ੀਅਨ ਦੀ, ਜੀ, ਤੇ ਗਵਰਨਮੈਂਟ ਨੇ ਸੈਟ ਰੂਲ ਕੀਤਾ ਹੈਗਾ ਕਿ ਕੈਂਡੀਡੇਟ ਨੂੰ ਡੈਮੋਨਸਟ੍ਰੇਟ ਕਰਨਾ ਪੈਣਾ ਕਿ ਇੰਗਲਿਸ਼ ਆਉਂਦੀ ਹੈਗੀ, ਕਿਉਂਕਿ ਵੈਟਰਨਰੀ ਟੈਕਨੀਸ਼ੀਅਨ ਦੀ ਜੌਬ ਕਰਨ ਲਈ ਇੰਗਲਿਸ਼ ਚਾਹੀਦੀ, ਠੀਕ ਹੈ? ਤੇ ਇੱਕੋ ਹੀ ਤਰੀਕਾ ਹੈਗਾ, ਮੈਂ ਆਈਲੈਟਸ ਦਾ ਟੈਸਟ ਦੇਵਾਂ, ਮੇਰੇ ਸਕੋਰ 6 ਬੈਂਡਸ ਆਉਣ, CLB 7 ਹੋਵੇ ਤਾਂ ਚੰਗੀ ਇੰਗਲਿਸ਼ ਮੰਨੀ ਜਾਊਗੀ, ਰਾਈਟ? ਬਿਲਕੁਲ ਬਿਲਕੁਲ। ਬਟ ਜਦੋਂ ਮੈਂ ਕੈਨੇਡਾ ਆ ਗਿਆ, ਇੱਥੇ ਜੌਬ ਕਰਨ ਲੱਗ ਪਿਆ, ਆਈ ਵਿਲ ਗਿਵ ਐਗਜ਼ਾਮਪਲ ਸਟੂਡੈਂਟਸ, ਰਾਈਟ? ਸਟੂਡੈਂਟਸ ਇੱਥੇ ਆ ਗਏ, ਇੰਗਲਿਸ਼ 'ਚ ਪੜ੍ਹਾਈ ਕੀਤੀ, ਇੰਗਲਿਸ਼ ਇਨਵਾਇਰਨਮੈਂਟ 'ਚ ਕੰਮ ਕਰ ਰਹੇ ਨੇ, ਫਿਰ ਤਾਂ ਜਦੋਂ ਮੰਨ ਲਓ PR ਦੀ ਵੀ ਫਾਈਲ ਲਾਉਣੀ ਹੈਗੀ ਐਕਸਪ੍ਰੈਸ ਐਂਟਰੀ ਦੇ ਥਰੂ, ਉਹ ਤਾਂ ਇਕੱਲੀ ਇੱਕ ਰਿਕੁਆਇਰਮੈਂਟ ਹੈ ਕਿ ਗਵਰਨਮੈਂਟ ਨੇ ਸੈੱਟ ਕੀਤੀ ਹੈਗੀ ਕਿ ਤੁਹਾਨੂੰ ਇਹਦੇ ਪੁਆਇੰਟ ਮਿਲਣੇ ਆ, ਦੈਟ ਇਜ਼ ਦ ਪੁਆਇੰਟ। Okay. IELTS is a factor that award points under express entry. That's all. Okay. So CEC based questions ਦੇ ਵਿੱਚ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਜਿਹੜੀ LIMA ਦੀ ਤੁਸੀਂ ਗੱਲ ਕਰ ਰਹੇ ਸੀ ਕਿ ਉਹਦੀ ਜਿਹੜੀ ਲੋੜ ਹੁੰਦੀ ਹੈ LMI ਦੀ? LMI, not mandatory. Not mandatory. Okay. Canadian Experience Class is very simple program. Very simple program. ਇਹਦੇ ਲਈ ਕੋਈ ਪੜ੍ਹਾਈ ਮਿਨੀਮਮ grade 12 ਹੋਣੀ ਚਾਹੀਦੀ, grade 12. grade 12, 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ, ਜੀ, ਤੇ ਇੰਗਲਿਸ਼ ਦੇ ਵਿੱਚ CLB 5 ਚਾਹੀਦੀ।
ओके दैट्स ऑल। अगर इन्नी रिक्वायरमेंट कोई कैंਡੀਡੇਟ पूरी कर रहा हैगा, दे क्वालीफाई फॉर द प्रोग्राम एंड दे कैन क्रिएट देयर प्रोफाइल, बट द क्वेश्चन इज कि ਉਹਨਾਂ ਨੂੰ ਕਿੰਨੇ ਪੁਆਇੰਟ ਮਿਲਨੇ ਆ। बिल्कुल ਰਾਈਟ, ਪੁਆਇੰਟ ਉਹਨੇ बढ़ने नहीं। ओके, मतलब पॉइंटां दा सारी खेड है, ਪੁਆਇੰਟਾਂ ਦੀ ਖੇਡ जी, ਹੈਗੀ। बिल्कुल। ਕੁਆਲੀਫਾਈ ਤਾਂ ਕੈਂਡੀਡੇਟ ਕਰ ਗਿਆ, ਪ੍ਰੋਫਾਈਲ ਵੀ ਕ੍ਰੀਏਟ ਕਰ ਲਿਆ, ਪਰ ਪੁਆਇੰਟ ਤਾਂ ਇੰਨੇ ਜ਼ਿਆਦਾ ਨੇ। जी ਤੇ ਕਹਿਣ ਦਾ ਮਤਲਬ ਕਿ ਜਿਹੜਾ ਸੀਸੀ ਪ੍ਰੋਗਰਾਮ ਹੈਗਾ, ਪ੍ਰੋਗਰਾਮ ਇਜ਼ ਵੈਰੀ ਸਿੰਪਲ, Yeah. ਲੇਕਿਨ ਪੁਆਇੰਟ ਬੇਸਡ ਹੈਗਾ। ਤੇ ਪੁਆਇੰਟ ਕਿਵੇਂ ਵੱਧ ਹੁੰਦੇ ਨੇ? ਕੈਂਡੀਡੇਟ ਪਹਿਲਾ ਫੈਕਟਰ ਹੈਗਾ ਜਿਹੜਾ ਵੇਰੀਏਬਲ ਫੈਕਟਰ ਹੈਗਾ, ਉਹ ਹੈਗਾ ਇੰਗਲਿਸ਼। ਜਿੰਨੇ ਵੱਧ ਸਕੋਰ ਕਲਾਇੰਟ ਆਈਲੈਟ ਦੇ ਵਿੱਚ ਸਕੋਰ ਕਰੂਗਾ, ਉਨੇ ਵੱਧ ਪੁਆਇੰਟ ਆਉਣਗੇ। ਜੀ। ਐਜੂਕੇਸ਼ਨ ਇਜ਼ ਅ ਕਨਸਟੈਂਟ ਫੈਕਟਰ। ਮੰਨ ਲਓ ਕਿਸੇ ਬੱਚੇ ਨੇ ਇੱਥੇ ਆ ਕੇ 2 ਸਾਲ ਦੀ ਪੜ੍ਹਾਈ ਕਰ ਲਈ, ਉਹਦੇ ਪੁਆਇੰਟ ਫਿਕਸ ਹੋ ਗਏ, ਨਾ ਘੱਟ ਹੋ ਸਕਦੇ ਨਾ ਵੱਧ ਹੋ ਸਕਦੇ, ਰਾਈਟ? ਜੀ। ਏਜ ਫੈਕਟਰ ਇਜ਼ ਅ ਕਨਸਟੈਂਟ। ਜਿੰਨੀ ਉਮਰ ਹੈਗੀ 35 ਸਾਲ ਤੱਕ ਸੇਮ ਪੁਆਇੰਟ ਮਿਲਦੇ ਨੇ, ਬਿਲਕੁਲ। ਠੀਕ ਹੈ, 110 ਕਨਸਟੈਂਟ ਪੁਆਇੰਟਸ ਉਹਨੇ ਤਾਂ ਮਿਲਣਾ ਹੀ ਮਿਲਣੇ ਹੈਗੇ। ਜੀ। ਤੇ ਏਜ ਵੀ ਕਨਸਟੈਂਟ ਹੋ ਗਿਆ। ਵਰਕ ਐਕਸਪੀਰੀਅੰਸ ਇਜ਼ ਲਿਟਲ ਵੇਰੀਏਬਲ। 1 ਸਾਲ ਦੇ ਪੁਆਇੰਟ ਮਿਲਦੇ ਨੇ, 1 ਸਾਲ ਤੋਂ ਬਾਅਦ ਜਦੋਂ 2 ਸਾਲ ਹੋ ਜਾਣਾ ਤੇ ਫਿਰ 15 ਪੁਆਇੰਟ ਹੋਰ ਮਿਲ ਜਾਂਦੇ ਨੇ। So experience and IELTS, these are two variable factor. The key factor is LMI, ਜਿਹੜੀ ਗੱਲ ਤੁਸੀਂ ਪੁੱਛੀ ਸੀ ਮੈਨੂੰ। LMI ਤਾਂ ਕਲਾਇੰਟ ਉਦੋਂ ਲੈਂਦੇ ਨੇ ਜਦੋਂ ਪੁਆਇੰਟ ਨਹੀਂ ਬਣਦੇ ਨੇ, ਬਿਲਕੁਲ। ਰਾਈਟ? ਮੰਨ ਲਓ ਕੋਈ ਸਟੂਡੈਂਟ ਹੈਗਾ, ਉਹਦੇ 400 ਪੁਆਇੰਟ ਬਣ ਗਏ, ਜੀ ਕਲਾਇੰਟ ਨੇ ਬਹੁਤ ਮਿਹਨਤ ਕੀਤੀ। IELTS ਦੇ ਵਿੱਚ ਵੀ ਜਿਹੜਾ ਇੱਕ ਕੈਂਡੀਡੇਟ ਦਾ ਆਪ ਦੀ ਜਿਹੜੀ ਕੈਪੈਸਿਟੀ ਹੈਗੀ, ਕਿਉਂਕਿ IELTS ਇਜ਼ ਅ ਲੈਂਗੁਏਜ, ਰਾਈਟ? ਜੀ। ਆਪਾਂ ਹਾਈਪੋਥੇਸਿਸ ਤੇ ਚਲੋ 8 ਬੈਂਡ ਕਰ ਲਈਏ, ਪਰ ਉਹਨੇ ਬੈਂਡ ਰਿਐਲਿਟੀ ਦੇ ਵਿੱਚ ਆਉਣਗੇ। ਦੈਟਸ ਦ ਪੁਆਇੰਟ, ਰਾਈਟ? ਤੇ ਜਿਹੜਾ ਇੰਡੀਵਿਜੂਅਲ ਕੈਂਡੀਡੇਟ ਦਾ ਜਿਹੜੀ ਕੈਪੈਸਿਟੀ ਹੈਗੀ, ਜਿਹੜਾ ਜਿੰਨੇ ਵੱਧ ਤੋਂ ਵੱਧ ਸਕੋਰ ਕਰ ਸਕਦਾ ਹੈਗਾ ਕੈਂਡੀਡੇਟ, ਉਹ ਤਾਂ ਫਿਕਸ ਹੋ ਗਿਆ, ਰਾਈਟ? ਤੇ ਮੰਨ ਲਓ 400 ਤੇ ਪੁਆਇੰਟ ਕਨਸਟੈਂਟ ਹੋ ਗਿਆ, ਹੁਣ ਨਹੀਂ ਵੱਧ ਰਹੇ ਨੇ। ਫਿਰ ਅਗਰ EMPLOYER LMI ਲਈ ਸਪੋਰਟ ਕਰਦਾ ਹੈਗਾ, ਦੈਟਸ ਕਾਲਡ ELMIA, ਐਂਡ ਦੈਟ ਇਜ਼ ਟੂ ਸਪੋਰਟ ਪਰਮਨੈਂਟ ਰੈਜ਼ੀਡੈਂਸੀ। ਉਹਦੇ 50 ਪੁਆਇੰਟਸ ਐਡੀਸ਼ਨਲ ਮਿਲ ਜਾਂਦੇ ਨੇ। ਤੇ 400 plus 50, 450 means now there are fair chances. ਜੀ। ਸੋ ਉਮਰ, ਸਿੱਖਿਆ, ਤਜਰਬੇ ਦੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਘੱਟੋ ਘੱਟ 67 ਪੁਆਇੰਟ CEC ਦੇ ਜਿਹੜੇ ਸਕੋਰ ਹੈ ਉਹਦੀ ਲੋੜ ਹੁੰਦੀ ਹੈ? The right answer is no. ਜਿਹੜਾ 67 ਪੁਆਇੰਟਸ ਨੇ ਉਹ ਹੈਗਾ ਫੈਡਰਲ ਸਕਿੱਲ ਵਰਕਰ ਲਈ, ਜਿਹੜੇ 6 ਸਿਲੈਕਸ਼ਨ ਫੈਕਟਰਸ ਨੇ। ਤੇ ਮੰਨ ਲਓ ਕੋਈ ਵੀ ਕੈਂਡੀਡੇਟ ਇੰਡੀਆ ਦੇ ਵਿੱਚ ਹੈਗਾ, ਓਵਰਸੀਜ਼ ਦੇ ਵਿੱਚ ਆ, ਜਾਂ ਕਿ ਮੁਲਕ ਦੁਨੀਆ ਦੇ ਵਿੱਚ ਕਿਤੇ ਵੀ ਹੈਗਾ, ਦੇ ਵਾਂਟਸ ਟੂ ਅਪਲਾਈ ਫॉर ਕੈਨੇਡੀਅਨ ਪਰਮਨੈਂਟ ਰੈਜ਼ੀਡੈਂਸੀ ਥਰੂ ਐਕਸਪ੍ਰੈਸ ਐਂਟਰੀ, ਤਾਂ ਉਹਨਾਂ ਨੂੰ ਪਹਿਲਾਂ 67 ਪੁਆਇੰਟਸ ਚਾਹੀਦੇ ਸਕੋਰ ਕਰਨ ਲਈ। ਓਕੇ। ਫਿਰ ਹੀ ਉਹ ਕੁਆਲੀਫਾਈ ਕਰਨਗੇ ਐਕਸਪ੍ਰੈਸ ਐਂਟਰੀ ਲਈ ਥਰੂ ਫੈਡਰਲ ਸਕਿੱਲ ਵਰਕਰ। ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਪ੍ਰੋਗਰਾਮ ਹੈਗਾ, ਇਹਦੇ ਲਈ 67 ਪੁਆਇੰਟਸ ਦੀ ਰਿਕੁਆਇਰਮੈਂਟ ਬਿਲਕੁਲ ਨਹੀਂ ਹੈ। ਓਕੇ। ਸੋ ਕੀ ਜਿਹੜਾ ਕੈਨ ਸਮਵਨ ਅਪਲਾਈ ਇਫ ਦੇ ਅਰਲੀਅਰ ਵਰਕਡ ਇਨ ਕੈਨੇਡਾ ਐਂਡ ਦੈਨ ਵੈਂਟ ਬੈਕ ਟੂ देयर ਹੋਮ ਕੰਟਰੀ, ਲਾਈਕ ਬੇਸ਼ੱਕ ਕੋਈ ਇੰਡੀਆ ਜਾਂ ਕਿਤੇ ਵੀ ਚਲਾ ਗਿਆ? ਦੇਖੋ, ਇਹਦੇ ਲਈ ਗਵਰਨਮੈਂਟ ਨੇ ਇਸ ਪ੍ਰੋਗਰਾਮ ਤਾਂ ਬਹੁਤ ਵਧੀਆ ਬਣਾਇਆ ਹੈਗਾ, ਬਿਕਾਜ਼ ਦੇ ਡਿਡ ਅ ਲੋਟ ਆਫ ਰਿਸਰਚ, ਰਾਈਟ? ਮੋਸਟ ਆਫ ਦੀ ਕੈਂਡੀਡੇਟਸ ਜਾਂ ਕਲਾਇੰਟਸ ਨੂੰ ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ ਕਿ ਬਈ ਕੈਨੇਡਾ ਜਾਣਾ ਹੈਗਾ, ਇੱਥੇ ਪੱਕਾ ਹੋ ਜਾਣਾ ਹੈਗਾ, ਰਾਈਟ? ਪਰ ਦੇਅਰ ਮੇ ਬੀ ਸਰਕਮਸਟੈਂਸਿਸ, ਰਾਈਟ? ਸਾਡੇ ਕਈ ਕਲਾਇੰਟਸ ਨੇ ਜਿਨ੍ਹਾਂ ਨੂੰ ਇਨਵੀਟੇਸ਼ਨ ਆਈ ਹੈਗੀ, they have invited by the government, but right now they are not in Canada. Okay. Right? They are in overseas. So the answer to the question is within 3 years. Say for example, ਕੋਈ ਇੱਥੇ ਕੈਂਡੀਡੇਟ ਜਾਂ ਐਪਲੀਕੈਂਟ ਉਹਨਾਂ ਨੇ ਕੈਨੇਡਾ 'ਚ ਜੌਬ ਕੀਤੀ ਆ, ਜੌਬ ਛੱਡ ਕੇ ਉਹ ਵਾਪਸ ਚਲੇ ਗਏ, ਆਪਦੀ ਕੰਟਰੀ ਚਲੇ ਗਏ, ਤਾਂ within 3 years ਉਹ ਅਪਲਾਈ ਕਰ ਸਕਦੇ ਨੇ ਅੰਡਰ ਕੈਨੇਡੀਅਨ ਐਕਸਪੀਰੀਅੰਸ ਕਲਾਸ। 3 ਸਾਲਾਂ ਦੇ ਵਿੱਚ? 3 ਸਾਲਾਂ ਦੇ ਵਿੱਚ ਕਰ ਸਕਦੇ ਨੇ। ਸੋ ਅਨੁਜ, ਇਸ ਟਾਈਮ ਵੀ ਜਿਹੜੇ ਬਹੁਤ ਸਾਰੇ ਲੋਕ ਨੇ, ਕਈਆਂ ਦੇ ਨਾਲ ਮੇਰੀ ਖੁਦ ਦੀ ਵੀ ਗੱਲ ਹੁੰਦੀ ਹੈ, ਉਹ ਆਪਣੀਆਂ ਫਾਈਲਾਂ ਲਗਾਉਣਾ ਚਾਹੁੰਦੇ ਨੇ। ਉਹਨਾਂ ਦੇ ਵਿੱਚ ਕਈ ਵਿਜ਼ਟਰ ਹੈਗੇ ਨੇ, ਕਈ ਵਰਕ ਪਰਮਿਟ ਵਾਲੇ ਵੀ ਹੋਣਗੇ, ਕਈ ਜਿਹੜੇ ਨੇ ਸਟੂਡੈਂਟਸ ਨੇ, ਬਟ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਹਜੇ ਫਾਈਲਾਂ ਲਗਾਉਣਾ ਉਹਨਾਂ ਦਾ ਠੀਕ ਰਹੇਗਾ। ਚਾਹੇ ਉਹ ਸਪੈਸ਼ਲੀ ਜ਼ਿਆਦਾਤਰ ਇੰਡੀਆ ਤੋਂ ਮੈਂ ਕਹਿ ਸਕਦੀ ਹਾਂ ਕਿ ਜ਼ਿਆਦਾ ਲੋਕ ਨੇ ਜਿਹੜੇ ਕਿ ਇਹ ਸਵਾਲ ਮੈਨੂੰ ਵੀ ਪੁੱਛਦੇ ਨੇ ਕਿ ਉਹ ਫਾਈਲ ਕਦੋਂ ਲਗਾਉਣ, ਕੁਛ ਜਾਣਕਾਰੀ ਮਿਲ ਰਹੀ ਹੈ? ਸੋ ਤੁਸੀਂ ਕੰਸਲਟੈਂਟ ਹੋ, ਤੁਹਾਨੂੰ ਕੀ ਲੱਗਦਾ ਹੈ, ਮਤਲਬ ਕਿਹੜਾ ਸਹੀ ਸਮਾਂ ਹੈ, ਖਾਸ ਕਰਕੇ ਜਿਹੜੇ ਵਿਜ਼ਟਰ ਇੱਥੇ ਆਉਣਾ ਚਾਹੁੰਦੇ ਨੇ? ਵਿਜ਼ਿਟਰ, ਬਿਕਾਜ਼ ਆਫ ਟਰੈਵਲ ਰਿਸਟ੍ਰਿਕਸ਼ਨਸ, ਗਵਰਨਮੈਂਟ ਤਾਂ ਵਿਜ਼ਿਟਰ ਨੂੰ ਅਲਾਉ ਨਹੀਂ ਕਰ ਰਹੀ ਹੈਗੀ ਇਸ ਵੇਲੇ, ਰਾਈਟ? ਓਨਲੀ ਸੇ ਫॉर ਐਗਜ਼ਾਮਪਲ, ਅਗਰ ਮੇਰੇ ਪੈਰੈਂਟਸ ਨੇ, ਤੁਹਾਡੇ ਪੈਰੈਂਟਸ ਨੇ, ਉਹਨਾਂ ਦੇ ਕੋਲ ਵੀਜ਼ਾ ਹੈਗਾ, ਉਹਨਾਂ ਨੂੰ ਗਵਰਨਮੈਂਟ ਪਰਮਿਟ ਕਰ ਰਹੀ ਹੈਗੀ, ਪਰ ਨੌਨ ਇਸੈਂਸ਼ੀਅਲ ਪਰਪਸ ਲਈ ਇਸ ਵੇਲੇ ਉਹਨਾਂ ਨੇ ਬੈਨ ਲਾਇਆ ਹੋਇਆ ਹੈਗਾ। ਤੇ ਵਿਜ਼ਿਟਰਸ ਇਸ ਸਾਲ ਦਾ ਕੁਐਸਚਨ ਇਜ਼ ਆਉਣਗੇ ਕਿ ਨਹੀਂ ਆਉਣਗੇ, ਉਹ ਤਾਂ ਆਉਣ ਵਾਲਾ ਟਾਈਮ ਹੀ ਬਤਾਊਗਾ। ਉਹਦੇ ਵਾਲੇ ਅਗਰ ਤੁਸੀਂ ਕੁਐਸਚਨ ਕੈਨੇਡੀਅਨ ਗਵਰਨਮੈਂਟ ਨੂੰ ਪੁੱਛੋ, ਉਹ ਵੀ ਨਹੀਂ ਜਵਾਬ ਦੇ ਸਕਦੇ ਨੇ ਕਿ ਕੋਵਿਡ ਕਰਕੇ, ਬਿਕਾਜ਼ ਆਫ COVID-19 ਐਂਡ ਟਰੈਵਲ ਰਿਸਟ੍ਰਿਕਸ਼ਨਸ, ਰਾਈਟ? ਬਟ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਪ੍ਰੋਫਾਈਲ ਕ੍ਰੀਏਟ ਕਰਨਾ ਚਾਹੀਦਾ, ਨਹੀਂ ਚਾਹੀਦਾ, ਸੋ ਆਈ ਵਿਲ ਐਡਵਾਈਸ
to all candidates who are in Canada. ਜਿਹੜੇ ਕੰਮ ਕਰ ਰਹੇ ਨੇ ਸਟੂਡੈਂਟ ਹੋ ਸਕਦੇ ਨੇ, LMI ਬੇਸ ਵਰਕ ਪਰਮਿਟ ਤੇ ਹੋ ਸਕਦੇ ਨੇ, ਜਾਂ ਕਿ ਓਪਨ ਵਰਕ ਪਰਮਿਟ ਤੇ ਵੀ ਹੋ ਸਕਦੇ ਨੇ, ਸਪਾਊਸਲ ਓਪਨ ਵਰਕ ਪਰਮਿਟ ਤੇ ਹੋ ਸਕਦੇ ਨੇ, ਅਗਰ ਉਹਨਾਂ ਦੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈਗਾ, ਉਹਨਾਂ ਨੇ IELTS ਜਾਂ SELF-PIP ਕੀਤੀ ਹੋਈ ਆ, ਤੇ ਜਾਂ ਕਿ 1 ਸਾਲ ਦਾ ਐਕਸਪੀਰੀਅੰਸ ਹੋਣ ਵਾਲਾ ਹੈਗਾ ਵਿਦਿਨ ਕਮਿੰਗ ਮੰਥਸ, ਰਾਈਟ, ਉਹਨਾਂ ਨੂੰ ਪ੍ਰੋਫਾਈਲ ਕ੍ਰੀਏਟ ਕਰਨਾ ਚਾਹੀਦਾ। ਹੁਣ ਕਿਸਮਤ ਆਜਮਾ ਲੈਣੀ ਚਾਹੀਦੀ ਆ, ਬਿਲਕੁਲ ਕਿਸਮਤ ਤੇ ਸਭ, ਰਾਈਟ, ਬਟ ਵਾਟ ਆਈ ਪਰਸਨਲੀ ਥਿੰਕ ਕਿ ਹੁਣ ਇੱਦਾਂ ਦਾ ਨਹੀਂ ਹੋਣਾ ਹੈਗਾ ਇੰਨੇ ਵੱਡੇ ਨੰਬਰ ਤੇ। ਹੁਣ ਗਵਰਨਮੈਂਟ ਥੋੜੇ ਇਨਵੀਟੇਸ਼ਨਸ ਭੇਜੂਗੀ, ਬਟ ਕੱਟ ਆਫ ਥੱਲੇ ਜਾਊਗਾ, ਬਟ ਸਟਿਲ ਆਈ ਕੈਨ ਸੇ ਕਿ ਦਿਸ ਈਅਰ is a good time for everybody who is in Canada, ਜਿਹੜੇ CEC ਲਈ ਕੁਆਲੀਫਾਈ ਕਰਦੇ ਨੇ। ਬਟ ਜਿਹੜੇ ਕੈਂਡੀਡੇਟ ਬਾਹਰ ਬੈਠੇ ਨੇ ਉਹਨਾਂ ਦੇ ਲਈ you know I cannot give you the concrete answer ਕਿ ਉਹਨਾਂ ਨੂੰ ਗਵਰਨਮੈਂਟ ਇਨਵਾਈਟ ਕਰੂਗੀ ਕਿ ਨਹੀਂ ਕਰੂਗੀ, it may be and may not be। ਅਗਰ ਤੁਸੀਂ ਮੈਨੂੰ ਪੁੱਛੋ ਕਿ ਅਨੂਜ ਵਾਟ ਯੂ ਥਿੰਕ ਕਿ ਜਿਹੜਾ ਗਵਰਨਮੈਂਟ ਪ੍ਰੋਗਰਾਮ ਰਨ ਕਰਦੀ ਹੈਗੀ ਆ ਐਕਸਪ੍ਰੈਸ ਐਂਟਰੀ ਦਾ, ਉਹਨੂੰ ਕਿਵੇਂ ਕਰਨਾ ਚਾਹੀਦਾ ਕੁਝ, ਕਿਉਂਕਿ ਲਾਸਟ ਡਰਾਅ ਨੇ ਕਾਫੀ ਮਿਸਅੰਡਰਸਟੈਂਡਿੰਗ ਕ੍ਰੀਏਟ ਕੀਤੀ ਹੈਗੀ, ਕਾਫੀ ਕ੍ਰਿਟਿਸਿਜ਼ਮ ਵੀ ਹੋ ਰਹੀ ਹੈਗੀ ਕਿ ਗਵਰਨਮੈਂਟ ਨੇ ਆ ਮੂਵ ਕੀਤਾ ਹੈਗਾ, ਚੰਗਾ ਨਹੀਂ ਕੀਤਾ ਹੈਗਾ। ਈਵਨ ਫਿਊ ਪੀਪਲ ਆਰ ਥਿੰਕਿੰਗ ਟੂ ਫਾਈਲ ਅ ਲਾਸੂਟ ਅਗੇਂਸਟ ਦ ਗਵਰਨਮੈਂਟ। ਅਗਰ ਮੰਨ ਲਓ 1000 ਸਟੂਡੈਂਟਸ ਨੇ, ਵਰਕਰਸ ਨੇ, ਉਹ ਗਵਰਨਮੈਂਟ ਇੱਕ ਯੂਨੀਅਨ ਬਣਾ ਕੇ ਗਵਰਨਮੈਂਟ ਤੇ ਲਾਸੂਟ ਕਰ ਦੇਣਗੇ, ਤੁਸੀਂ ਸਾਨੂੰ ਅਪੋਰਚੁਨਿਟੀ ਨਹੀਂ ਦਿੱਤੀ, ਇਟ ਵਾਸ ਨਾਟ ਅ ਫੇਅਰ ਫॉर एवरीबॉडी, ਰਾਈਟ, ਤੇ ਗਵਰਨਮੈਂਟ ਨੂੰ ਫਿਰ ਕੁਝ ਨਾ ਕੁਝ ਕਰਨਾ ਪੈਣਾ ਹੈ, ਰਾਈਟ। ਤੇ ਹੁਣ ਕੀ ਹੋਊਗਾ ਕਿ ਜਿਹੜੇ ਕੈਨੇਡਾ ਦੇ ਵਿੱਚ ਨੇ ਉਹਨਾਂ ਦੇ ਨੇ ਵਧੀਆ ਅਪੋਰਚੁਨਿਟੀ ਹੈਗੀ ਹੈ, ਤੇ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ, ਜਿਹੜੇ ਐਕਸਪ੍ਰੈਸ ਐਂਟਰੀ ਦੇ ਵਿੱਚ 4 ਕੈਟੇਗਰੀਜ਼ ਹੈਗੀਆਂ ਨੇ, ਫੈਡਰਲ ਸਕਿੱਲ ਵਰਕਰ ਪ੍ਰੈਕਟੀਕਲੀ ਜਿਹੜੇ ਬਾਹਰ ਬੈਠੇ ਨੇ, ਜੀ ਬਿਲਕੁਲ, ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜੇ ਕੈਨੇਡਾ ਦੇ ਵਿੱਚ ਨੇ, ਕੁਝ ਬਾਹਰ ਵੀ ਹੋ ਸਕਦੇ ਨੇ, ਫੈਡਰਲ ਸਕਿੱਲ ਟ੍ਰੇਡ ਕਲਾਸ ਬਾਹਰ ਵੀ ਨੇ, ਇੱਥੇ ਵੀ ਨੇ, ਐਂਡ PNP ਇੱਥੇ ਨੇ। ਤੇ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਕਿ ਜਿਹੜੀ 4 ਕੈਟੇਗਰੀਜ਼ ਹੈਗੀਆਂ ਨਾ, ਸਟਰੀਮਸ ਹੈਗੀਆਂ, ਇਹਨਾਂ ਦਾ ਵੱਖਰਾ ਡਰਾ ਕਰਨਾ ਚਾਹੀਦਾ, ਬਿਕਾਜ਼ ਚਾਰੇ ਆਪਸ 'ਚ ਕੰਪੀਟ ਨਹੀਂ ਕਰ ਸਕਦੇ, ਠੀਕ ਹੈ। ਅਗਰ PNP ਦਾ ਡਰਾ ਕਦੀ ਅੱਡ ਹੁੰਦਾ ਹੈਗਾ, ਦੈਟਸ ਫਾਈਨ, PNP ਇਜ਼ ਅ ਡਿਫਰੈਂਟ ਥਿੰਗ, ਰਾਈਟ। ਫੈਡਰਲ ਸਕਿੱਲ ਵਰਕਰ ਦਾ ਅਗਰ ਡਿਫਰੈਂਟ ਡਰਾ ਆਊਗਾ, ਇਹਦਾ ਲੌਂਗ ਟਰਮ ਦੇ ਵਿੱਚ ਕੀ ਹੋਊਗਾ ਕਿ ਜਿਹੜੇ ਬਾਹਰ ਕੈਂਡੀਡੇਟ ਬੈਠੇ ਨੇ ਕੈਨੇਡਾ ਤੋਂ ਬਾਹਰ, ਉਹਨਾਂ ਦੇ ਲਈ ਬਹੁਤ ਟਫ ਹੋ ਜਾਣਾ, ਬਿਕਾਜ਼ ਕੰਪੀਟੀਸ਼ਨ ਪੂਰੇ ਵਰਲਡ ਦੇ ਵਿੱਚ ਕੈਂਡੀਡੇਟਸ ਵਿੱਚ ਹੋ ਜਾਣਾ, ਬਿਲਕੁਲ, ਰਾਈਟ। ਜਦ ਕਿ CEC ਦੇ ਵਿੱਚ ਹੀ ਹੈਗਾ, ਵਿਦ ਇਨ ਕੈਨੇਡਾ ਹੀ ਇਕੱਲੇ ਕੰਪੀਟੀਸ਼ਨ ਹੈਗਾ, ਐਂਡ ਮੋਸਟ ਆਫ ਦ ਕੈਂਡੀਡੇਟਸ ਆਰ ਔਨ ਦ ਸੇਮ ਪੇਜ, ਰਾਈਟ। 2 ਸਾਲ ਦਾ ਇੱਕ ਪੜ੍ਹਾਈ ਹੈਗੀ ਹੈ ਜਾਂ ਕਿ 2 ਸਾਲ ਦਾ ਡਿਪਲੋਮਾ ਹੈਗਾ, ਦੇ ਗੈਟ ਮੋਰ ਔਰ ਲੈਸ ਸੇਮ ਪੁਆਇੰਟਸ, ਰਾਈਟ। ਕੰਪੀਟੀਸ਼ਨ ਉਹਨਾਂ ਜ਼ਿਆਦਾ ਨਹੀਂ ਹੁੰਦਾ ਹੈਗਾ, ਬਟ ਬਾਹਰ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ, ਕੱਟ ਆਫ ਮੇਬੀ ਇਟ ਕੈਨ ਗੋ ਅਬਵ 480 490 ਐਂਡ ਦੈਨ ਇਟ ਵਿਲ ਬਿਕਮ ਵੈਰੀ ਟਫ, ਬਹੁਤ ਟਫ ਹੋ ਜਾਣਾ ਹੈਗਾ ਇੱਥੇ ਹੋਣਾ ਫਿਰ ਕੈਨੇਡਾ ਦੇ ਵਿੱਚ। ਸੋ ਏਜ ਲਿਮਿਟਸ ਵੀ ਇਹਦੇ ਵਿੱਚ ਕੋਈ ਮਾਇਨੇ ਰੱਖਦੀਆਂ ਨੇ? 35 ਇਅਰਸ ਤੱਕ ਤਾਂ ਸੇਮ ਪੁਆਇੰਟ ਮਿਲਦੇ ਨੇ, ਹਾਈਐਸਟ ਪੁਆਇੰਟਸ ਮਿਲਦੇ ਨੇ। 45 ਇਅਰਸ ਤੱਕ ਗਵਰਨਮੈਂਟ ਪੁਆਇੰਟ ਦਿੰਦੀ ਹੈਗੀ, 45 ਇਅਰਸ ਤੋਂ ਬਾਅਦ 0 ਪੁਆਇੰਟਸ ਨੇ ਐਕਸਪ੍ਰੈਸ ਐਂਟਰੀ ਦੇ ਥਰੂ। ਐਕਸਪ੍ਰੈਸ ਐਂਟਰੀ ਦੇ, ਯੈਸ। ਓਕੇ, ਸੋ ਇਸ ਦੇ ਲਈ ਘੱਟੋ ਘੱਟ IELTS ਸਕੋਰ ਜਿਹੜਾ ਹੈ ਉਹ ਕਿੰਨਾ ਚਾਹੀਦਾ ਹੈ? ਅਗਰ ਕੈਂਡੀਡੇਟ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਅਪਲਾਈ ਕਰ ਰਿਹਾ ਹੈਗਾ, ਫਿਰ ਤਾਂ CLB 5 ਚਾਹੀਦਾ। ਤੇ ਅਗਰ ਕੈਨੇਡਾ ਤੋਂ ਬਾਹਰ ਕੈਂਡੀਡੇਟਸ ਨੇ ਫੈਡਰਲ ਸਕਿੱਲ ਵਰਕਰ ਕੈਟਾਗਰੀ 'ਚ ਅਪਲਾਈ ਕਰ ਰਹੇ ਨੇ, ਫਿਰ CLB 7 ਚਾਹੀਦਾ। ਐਂਡ ਏਮਪਲੋਇਮੈਂਟ ਆਫਰ ਜਿਹੜੀ ਹੈ ਕੰਪਲਸਰੀ ਹੈ? Not mandatory. ਜਿਵੇਂ ਮੈਂ ਤੁਹਾਨੂੰ depends on points, depends on the program, and ਪ੍ਰੋਗਰਾਮ ਤੋਂ ਇਲਾਵਾ ਵੀ, ਸੇ ਫॉर ਐਗਜ਼ਾਮਪਲ ਇੱਕ ਸਟੂਡੈਂਟ ਹੈ ਇੱਥੇ 2 ਸਾਲ ਦੀ ਪੜ੍ਹਾਈ ਕੀਤੀ ਹੈ, 1 ਸਾਲ ਦਾ ਐਕਸਪੀਰੀਅੰਸ ਹੈਗਾ, ਕੋਈ ਜੌਬ ਆਫਰ ਨਹੀਂ ਚਾਹੀਦੀ, ਰਾਈਟ। ਸੋ ਫਿਰ ਵੀ ਕਿੰਨੇ ਕੁ ਘੱਟ ਤਜਰਬੇ ਦੇ ਵਿੱਚ ਇਹ ਲਗਾਈ ਜਾ ਸਕਦੀ ਹੈ? 1 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ। 1 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ। ਤੁਸੀਂ ਇੱਕ ਗੱਲ ਹੋਰ ਸੁਣੀ ਹੋਣੀ ਸ਼ਾਇਦ, ਜਿਹੜੇ ਬੱਚੇ ਇੰਡੀਆ ਤੋਂ ਬੈਚਲਰਸ ਕਰਕੇ ਆਉਂਦੇ ਨੇ, ਮੈਚੁਰ ਸਟੂਡੈਂਟਸ, ਰਾਈਟ, ਇੱਥੇ 2 ਸਾਲ ਦਾ ਡਿਪਲੋਮਾ ਕਰਦੇ ਨੇ, ਡਿਗਰੀ ਕਰਦੇ ਨੇ, MBA ਕਰਦੇ ਨੇ, ਉਹਨਾਂ ਦੇ ਲਈ ਕੈਨੇਡਾ 'ਚ ਪੱਕਾ ਹੋਣਾ ਜਾਂ PR ਲੈਣੀ ਇੰਨਾ ਔਖਾ ਨਹੀਂ ਹੈਗਾ, ਜੀ, ਬਿਕਾਜ਼ ਉਹਨਾਂ ਦਾ ਜਿਹੜਾ ਐਜੂਕੇਸ਼ਨ ਫੈਕਟਰ ਹੈ ਓਵਰਸੀਜ਼ ਦਾ, ਉਹਦੇ ਬਹੁਤ ਪੁਆਇੰਟ ਮਿਲਦੇ ਨੇ। ਸੋ what they do, they come here, 2 ਸਾਲ ਦੀ ਪੜ੍ਹਾਈ ਕਰਦੇ ਨੇ, 1 ਸਾਲ ਦਾ ਐਕਸਪੀਰੀਅੰਸ ਗੇਨ ਕਰਦੇ ਨੇ, PR ਦੀ ਫਾਈਲ ਲਾਉਂਦੇ ਨੇ, they get PR very easily, ਕਿਉਂਕਿ ਐਜੂਕੇਸ਼ਨ ਇਜ਼ ਦਾ ਮੇਨ ਫੈਕਟਰ, ਜੀ, ਉਹ ਫੈਕਟਰ ਹੈਗਾ ਇੰਪੋਰਟੈਂਟ। ਬਿਲਕੁਲ, ਯਾ। ਸੋ ਇੱਥੇ ਫੰਡਸ ਦੀ ਜੇ ਗੱਲ ਕੀਤੀ ਜਾਏ ਤਾਂ ਅਨੁਜ ਜੀ, ਫੰਡ ਬਾਰੇ ਕੋਈ ਜਾਣਕਾਰੀ ਦਿਓਗੇ ਕਿ ਮਿਨੀਮਮ ਜਿਹੜੇ ਫੰਡਸ ਆ ਉਹ ਕਿੰਨੇ ਕੁ ਅਕਾਊਂਟ ਦੇ ਵਿੱਚ ਹੋਣੇ ਜ਼ਰੂਰੀ ਹੁੰਦੇ ਆ? ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਟਾਗਰੀ ਹੈਗੀ, ਅਗਰ ਕਲਾਇੰਟ ਇੱਥੇ ਹੀ ਆ
ਉਹ ਜੌਬ ਕਰ ਰਹੇ ਨੇ, ਉਹ ਇਸ ਕੈਟਾਗਰੀ ਦੇ ਵਿੱਚ ਕੁਆਲੀਫਾਈ ਕਰਦੇ ਨੇ, ਫਿਰ ਤਾਂ ਉਹਨਾਂ ਨੂੰ ਕੋਈ ਫੰਡ ਸ਼ੋ ਕਰਨ ਦੀ ਲੋੜ ਨਹੀਂ ਹੈਗੀ ਹੈ, ਬਿਕਾਜ਼ ਦੇ ਆਰ ਆਲਰੇਡੀ ਇਨ ਕੈਨੇਡਾ, ਦੇ ਆਰ ਵਰਕਿੰਗ ਰਾਈਟ। ਫੰਡ ਸ਼ੋ ਕਰਨ ਦੀ ਉਹ ਕੈਂਡੀਡੇਟਾਂ ਨੂੰ ਲੋੜ ਪੈਂਦੀ ਹੈਗੀ ਜਿਹੜੇ ਓਵਰਸੀਜ਼ ਦੇ ਵਿੱਚ ਨੇ, ਜਿਹੜੇ ਫੈਡਰਲ ਸਕਿੱਲ ਵਰਕਰ ਦੇ ਵਿੱਚ ਅਪਲਾਈ ਕਰਦੇ ਨੇ। ਮਿਨੀਮਮ ਹੁੰਦਾ ਹੈਗਾ ਫॉर one person ਅਰਾਊਂਡ $12,000 to $13,000, ਬਟ ਇਟ ਗੋਜ਼ ਅਪ ਬੇਸਡ ਔਨ देयर ਫੈਮਿਲੀ ਸਾਈਜ਼। ਅਗਰ ਹਸਬੈਂਡ ਵਾਈਫ ਨੇ, ਬੱਚੇ ਨੇ, ਫਿਰ ਉਹ ਵਧੀ ਜਾਂਦਾ ਹੈਗਾ ਜੀ। ਸੋ ਪੀਐਨਪੀ ਬੇਸਡ ਜੇ ਆਪਾਂ ਕੁਐਸਚਨਸ ਤੇ ਆਈਏ ਤਾਂ ਪੀਐਨਪੀ ਹੁੰਦੀ ਕੀ ਹੈ, ਕਿ ਥੋੜਾ ਜਿਹਾ ਇਹਨੂੰ ਐਕਸਪਲੇਨ ਕਰਕੇ ਦੱਸ ਸਕਦੇ ਹੋ ਤੁਸੀਂ? ਓਕੇ, PNP ਮੀਨਸ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ। ਫੈਡਰਲ ਗਵਰਨਮੈਂਟ ਨੇ ਟਾਈ ਅਪ ਕੀਤਾ ਹੈਗਾ ਜਿੰਨੇ ਵੀ ਪ੍ਰੋਵਿੰਸਿਸ ਨੇ ਕੈਨੇਡਾ ਦੇ ਵਿੱਚ, ਤੇ ਪ੍ਰੋਵਿੰਸਿਸ ਨੂੰ ਰਾਈਟ ਦਿੱਤਾ ਹੈਗਾ, ਉਹਨਾਂ ਨੇ ਅਧਿਕਾਰ ਦਿੱਤਾ ਹੈਗਾ ਕਿ ਤੁਸੀਂ ਆਪਦੀ ਪ੍ਰੋਵਿੰਸ ਦੀ ਜ਼ਰੂਰਤ ਦੇ ਅਨੁਸਾਰ, ਕਿ ਤੁਹਾਡੇ ਪ੍ਰੋਵਿੰਸ ਨੂੰ ਕਿੱਦਾਂ ਦੇ ਇਮੀਗ੍ਰੈਂਟਸ ਦੀ ਜ਼ਰੂਰਤ ਹੈਗੀ ਆ, ਤੁਸੀਂ ਆਪ ਸੈਲੈਕਟ ਕਰ ਸਕਦੇ ਹੋ। ਓਕੇ, ਕਿਉਂਕਿ BC ਦੇ ਵਿੱਚ ਵੀ ਮੈਂ ਇੱਕ ਇਨਫੋਰਮੇਸ਼ਨ ਦੇਖੀ ਹੈ ਕਿ PNP ਵਾਸਤੇ ਉੱਥੇ ਵੀ ਕੁਝ ਕੀਤਾ ਜਾ ਰਿਹਾ, ਸੋ ਇਹਦੇ ਬਾਰੇ ਵੀ ਪਲੀਜ਼ ਥੋੜਾ ਜਾਣਕਾਰੀ ਦਿਓ। ਸੋ PNP ਜਿਹੜੀ ਹੈਗੀ ਕੈਨੇਡਾ ਦੇ ਵਿੱਚ ਜਿੰਨੇ ਵੀ ਪ੍ਰੋਵਿੰਸਿਸ ਨੇ, ਸਾਰਿਆਂ ਦੀ ਵੱਖਰੀ ਵੱਖਰੀ PNC ਹੈਗੀ। ਦੇ ਹੈਵ देयर ਓਨ ਰਿਕੁਆਇਰਮੈਂਟਸ, ਉਹਦੇ ਅਕੋਰਡਿੰਗਲੀ ਪ੍ਰੋਵਿੰਸਿਸ ਸੈਲੈਕਟ ਕਰਦੀਆਂ ਨੇ। ਸੋ ਵੀ ਵਿਲ ਫੋਕਸ ਮੋਰ ਔਨ BC PNP। ਤੇ ਜਿਹੜੀ BC PNP ਹੈਗੀ, ਤਾਂ BC PNP ਵੀ ਜਿਹੜੀ ਹੈਗੀ ਆ 100% ਇੰਪਲੋਇਰ ਡਰਿਵਨ ਹੈਗੀ, ਐਕਸੈਪਟ ਫਿਊ ਕੇਸਿਸ, ਜਿੱਥੇ ਜੌਬ ਆਫਰ ਨਹੀਂ ਚਾਹੀਦੀ। ਐਟ ਫਰਸਟ ਆਈ ਵਿਲ ਗਿਵ ਐਗਜ਼ਾਮਪਲ ਆਫ ਫਿਊ ਕੇਸਿਸ, ਕਿਉਂਕਿ ਉਹ ਐਕਸੈਪਸ਼ਨਲ ਹੈ, ਰਾਈਟ? ਐਗਜ਼ੈਕਟਲੀ, ਬਿਲਕੁਲ। ਤੇ ਮੰਨ ਲਓ ਕਿਸੇ ਨੇ ਇੱਥੇ ਮਾਸਟਰਸ ਕੀਤੀ ਹੈਗੀ, PhD ਕੀਤੀ ਹੈਗੀ, ਐਗਰੀਕਲਚਰਲ ਸਾਇੰਸਿਸ ਦੀ, ਇੰਜੀਨੀਅਰਿੰਗ ਦੀ, ਮੈਡੀਕਲ ਦੀ। ਵਨਸ ਦੇ ਕੰਪਲੀਟ देयर ਸਟੱਡੀ ਪ੍ਰੋਗਰਾਮ, PNP ਕਹਿੰਦੀ ਕਿ ਤੁਸੀਂ ਸਿੱਧੇ ਫਾਈਲ ਲਾ ਦਿਓ, ਆਪਾਂ ਤੁਹਾਨੂੰ ਨੋਮੀਨੇਟ ਕਰ ਦਿਆਂਗੇ। ਉਹਨਾਂ ਨੂੰ ਕੋਈ ਜੌਬ ਆਫਰ ਨਹੀਂ ਚਾਹੀਦੀ, ਬਿਕਾਜ਼ ਦੇ ਬਿਲੀਵ ਕਿ ਇਹਨਾਂ ਨੇ ਮਾਸਟਰਸ ਕੀਤੀ ਹੈਗੀ ਆ। ਇਹੋ ਜਿਹੇ ਕੈਂਡੀਡੇਟਸ ਨੂੰ ਜਾਂ ਕਿ ਇਮੀਗ੍ਰੈਂਟ ਨੂੰ ਸਾਨੂੰ ਲੋੜ ਹੈਗੀ ਆ, ਇਹਨਾਂ ਨੂੰ ਜੌਬ ਦੀ ਕੋਈ ਪ੍ਰੋਬਲਮ ਨਹੀਂ ਆਊਗੀ, ਤੇ ਉਹਨਾਂ ਨੂੰ ਕੋਈ ਜੌਬ ਆਫਰ ਨਹੀਂ ਚਾਹੀਦੀ ਕਿਸੇ ਵੀ ਇੰਪਲੋਇਰ ਤੋਂ। ਅਦਰ ਦੈਨ ਦੋਜ਼, PNP ਦੀ ਬਾਕੀ ਜਿਹੜੀ ਕੈਟਾਗਰੀਜ਼ ਹੈਗੀਆਂ ਨੇ, ਸਾਰਿਆਂ ਨੂੰ ਜੌਬ ਆਫਰ ਚਾਹੀਦੀ। ਸੇ ਫॉर ਐਗਜ਼ਾਮਪਲ ਕੋਈ ਵੀ ਇੰਪਲੋਇਰ ਹੈਗਾ, ਕੋਈ ਟਰੱਕਿੰਗ ਕੰਪਨੀ ਹੈਗੀ ਆ, ਕੋਈ ਮੰਨ ਲਓ ਕੋਈ ਪੀਜ਼ਾ ਸਟੋਰ ਆ, ਪੀਜ਼ਾ ਸਟੋਰ ਤੇ ਕੋਈ ਵੀ ਵਰਕਰ ਕੰਮ ਕਰ ਰਿਹਾ ਹੈ। ਹੁਣ ਉਹ ਵਰਕਰ ਚਾਹੁੰਦਾ ਕਿ ਮੈਂ PNP ਦੇ ਥਰੂ ਪੱਕਾ ਹੋ ਜਾਵਾਂ, ਤੇ ਉਹਦਾ ਜਿਹੜਾ ਇੰਪਲੋਇਰ ਹੈਗਾ, ਜਿਹੜੀ ਕੰਪਨੀ ਹੈਗੀ, ਉਹਨਾਂ ਨੂੰ ਜੌਬ ਆਫਰ ਦੇਣੀ ਪੈਣੀ। ਇਨਡਿਟਰਮਿਨੇਟ ਜੌਬ ਆਫਰ। ਇਨਡਿਟਰਮਿਨੇਟ ਮੀਨਸ ਜਿਹਦਾ ਕੋਈ ਐਂਡ ਡੇਟ ਨਹੀਂ ਹੈਗੀ ਆ, 1 ਸਾਲ ਦੀ, 2 ਸਾਲ ਦੀ, 3 ਸਾਲ ਦੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਕੋਈ ਸਮਾਂ ਨਹੀਂ ਹੈਗਾ, ਐਂਡ ਪੀਰੀਅਡ ਨਹੀਂ ਹੈਗਾ, ਇਨਡਿਟਰਮਿਨੇਟ ਹੈਗੀ। ਅਗਰ ਉਹ ਜੌਬ ਆਫਰ ਇੰਪਲੋਇਰ ਆਪਦੀ ਇੰਪਲੋਈ ਨੂੰ ਐਕਸਟੈਂਡ ਕਰ ਰਿਹਾ ਹੈਗਾ, ਦੈਨ ਦੇ ਮੇ ਕੁਆਲੀਫਾਈ ਫॉर PNP। ਬਟ ਅਗੇਨ PNP ਦੀ ਆਪਦੀ ਰਿਕੁਆਇਰਮੈਂਟਸ ਹੈਗੀਆਂ। PNP ਵੀ ਜਿਹੜੀ BC PNP ਹੈਗੀ, ਦਿਸ ਇਜ਼ ਅ ਪੁਆਇੰਟ ਬੇਸਡ ਸਿਸਟਮ। ਇੱਥੇ ਵੀ ਕੰਪੀਟੀਸ਼ਨ ਹੈਗਾ। ਐਂਡ ਇਫ ਵੀ ਕੰਪੇਅਰ BC PNP ਵਰਸਸ ਐਕਸਪ੍ਰੈਸ ਐਂਟਰੀ, PNP is more tough. PNP is more tough. BC PNP is very tough, right? BC PNP ਲਈ ਕੁਆਲੀਫਾਈ ਕਰਨਾ ਸੌਖਾ ਨਹੀਂ ਹੈਗਾ, ਬਹੁਤ ਔਖਾ ਹੈਗਾ, ਰਾਈਟ? ਤੇ BC PNP ਦੇ ਕਿਹੜੇ ਪੁਆਇੰਟਸ ਹੁੰਦੇ ਨੇ? ਸਭ ਤੋਂ ਪਹਿਲਾਂ ਪੁਆਇੰਟ BC PNP ਦਿੰਦੀ ਹੈਗੀ ਆਕਿਊਪੇਸ਼ਨ ਦੇ, ਕਿ ਕਿਹੜੀ ਜੌਬ ਹੈਗੀ ਆ, ਰਾਈਟ? ਮੈਨੇਜਰੀਅਲ ਲੈਵਲ ਦੀ ਜੌਬ ਹੈਗੀ ਆ, ਕਿ ਸਕਿੱਲ B ਦੀ ਜੌਬ ਹੈਗੀ ਆ, ਕਿਹੜੀ ਜੌਬ ਹੈਗੀ, ਰਾਈਟ? ਤੇ ਅਗਰ ਮੈਨੇਜਰੀਅਲ ਲੈਵਲ ਦੀ ਜੌਬ ਹੈਗੀ, ਫਿਰ ਤਾਂ ਬਹੁਤ ਪੁਆਇੰਟ ਮਿਲਦੇ ਨੇ। ਪਰ ਅਗਰ ਮੰਨ ਲਓ ਕੋਈ ਸਿੰਪਲ ਦੀ ਜੌਬ ਹੈਗੀ, ਸੇ ਫॉर ਐਗਜ਼ਾਮਪਲ ਕਾਰਪੈਂਟਰ ਦੀ ਜੌਬ ਹੈਗੀ, ਜਾਂ ਕਿ ਕੋਈ ਰਿਟੇਲ ਸੇਲਸ ਸੁਪਰਵਾਈਜ਼ਰ ਦੀ ਜੌਬ ਹੈਗੀ, ਉਹਦੇ ਬਹੁਤ ਘੱਟ ਪੁਆਇੰਟ ਮਿਲਦੇ ਨੇ, ਹਾਫ ਪੁਆਇੰਟਸ ਮਿਲਦੇ ਨੇ। ਜੀ ਬਿਲਕੁਲ। ਸੋ ਅਨੁਜ, ਤਕਰੀਬਨ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਸੀਗੀਆਂ ਤੁਹਾਡੇ ਨਾਲ ਕੀਤੀਆਂ, ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਦੇ ਜ਼ਿਹਨ ਦੇ ਵਿੱਚ, ਉਹਨਾਂ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਇਸ ਟਾਈਮ? ਸੋ ਪਲੀਜ਼ ਉਹਨਾਂ ਨੂੰ ਕਹਿ ਸਕਦੇ ਹੋ, ਔਰ ਤੁਸੀਂ ਇਸ ਕੈਮਰੇ ਦੇ ਉੱਤੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਕੀ ਕਹਿਣਾ ਚਾਹੋਗੇ, ਆਪਣਾ ਮੈਸੇਜ ਦੇ ਸਕਦੇ ਹੋ ਅਨੁਜ? ਦੇਖੋ, ਮੈਂ ਤਾਂ ਆਈ ਐਡਵਾਈਸ ਕਰਾਂਗਾ, ਸੁਜੈਸਟ ਕਰਾਂਗਾ ਕਿ ਬੇਸਡ ਔਨ ਪ੍ਰੀਵੀਅਸ ਡਰਾ, ਫਿਊਚਰ ਇਜ਼ ਅਨਸਰਟੇਨ। ਕੁਝ ਕਹਿ ਨਹੀਂ ਸਕਦੇ ਆਪਾਂ ਕਿ ਕੱਟ ਆਫ ਥੱਲੇ ਜਾਊਗਾ, ਕਿ ਮੋਸਟ ਫ੍ਰੀਕੁਐਂਟ ਡਰਾ ਆਉਣਗੇ, ਬਟ ਐਨੀਬਡੀ ਕੈਨ ਟਰਾਈ देयर ਲੱਕ। ਐਟਲੀਸਟ ਪ੍ਰੋਫਾਈਲ ਕ੍ਰੀਏਟ ਕਰਨਾ ਚਾਹੀਦਾ। ਅਗਰ ਆਪਾਂ ਪੂਲ ਦੇ ਵਿੱਚ ਹੈਗੇ, ਦੈਨ देयर आर ਫੇਅਰ ਚਾਂਸਸ ਆਫ ਗੈਟਿੰਗ ਐਨ ਇਨਵੀਟੇਸ਼ਨ। ਯੈਸ, ਦੈਟ ਦ ਥਿੰਗ ਆਈ ਵੁਡ ਲਾਈਕ ਟੂ ਸੇ ਟੂ all viewers। ਜੀ ਅਨੁਜ, ਬਹੁਤ ਬਹੁਤ ਸ਼ੁਕਰੀਆ ਦ ਮਾਰਨਿੰਗ ਸ਼ੋਅ ਦਾ ਹਿੱਸਾ ਬਣਨ ਦੇ ਲਈ, ਚੈਨਲ ਪੰਜਾਬੀ ਦੇ ਵਿੱਚ ਆ ਕੇ ਬਹੁਤ ਸਾਰੀਆਂ ਗੱਲਾਂ ਆਪਣੀਆਂ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਸ਼ੈਰੀ ਫॉर ਕਾਲਿੰਗ ਮੀ, ਆਈ ਰੀਅਲੀ ਅਪਰੀਸ਼ੀਏਟ ਇਟ। ਸੋ ਬਹੁਤ ਸਾਰੇ ਤੁਹਾਡੇ ਜ਼ਿਹਨ ਦੇ ਵਿੱਚ ਜਿਹੜੇ ਸਵਾਲ ਹੋਣੇ ਆ ਇਮੀਗ੍ਰੇਸ਼ਨ ਨੂੰ ਲੈ ਕੇ। ਇਨਫੈਕਟ ਹਜੇ ਵੀ ਇਹ ਜ਼ਰੂਰ ਕਹਾਂਗੇ ਕਿ ਜ਼ਿਆਦਾ ਕੁਝ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਹੁਣ ਜਦੋਂ ਇਮੀਗ੍ਰੇਸ਼ਨ ਖੁੱਲ੍ਹਣੀ ਹੈ, ਜਦੋਂ ਲੋਕਾਂ ਨੂੰ ਸੱਦਿਆ ਜਾਣਾ, ਕਿਹੜੀ ਕੈਟਾਗਰੀ ਹੋਏਗੀ, ਕੀ ਹੋਏਗੀ। ਸੋ ਫਿਰ ਵੀ ਜੇ ਤੁਹਾਡੇ ਇਸ ਸਵਾਲਾਂ ਦੇ ਜਵਾਬ ਤੁਹਾਨੂੰ ਚਾਹੀਦੇ ਨੇ, ਤਾਂ ਤੁਸੀਂ ਖੈਨ ਇਮੀਗ੍ਰੇਸ਼ਨ ਤੋਂ ਜਿਹੜਾ ਤੁਸੀਂ ਇਹਨਾਂ ਨੂੰ ਅਨੁਜ ਸਿੰਗਰ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਹੋਰ ਜਾਣਕਾਰੀ ਦੀ ਵੀ ਜ਼ਰੂਰਤ ਹੈ, ਤੁਸੀਂ ਫੇਸਬੁੱਕ ਪੇਜ ਦੇ ਉੱਤੇ ਆਪਣਾ ਕਮੈਂਟ ਛੱਡ ਸਕਦੇ ਹੋ। ਅਤੇ ਜਿੰਨੇ ਵੀ ਤੁਹਾਡੇ ਦਿਮਾਗ ਦੇ ਵਿੱਚ ਇਸ ਵੇਲੇ ਸਵਾਲ ਹੋਣਗੇ, ਤੁਹਾਡੇ ਆਪਣੀ
ਆਪਣੀ ਫਾਈਲ ਨੂੰ ਲੈ ਕੇ, ਤੁਹਾਡੇ ਆਪਣੇ ਕੇਸ ਨੂੰ ਲੈ ਕੇ ਉਹ ਸਵਾਲ ਤੁਸੀਂ ਇਹ ਜਿਹੜੇ ਸਾਂਝੇ ਕਰ ਸਕਦੇ ਹੋ। ਸੋ ਫਿਲਹਾਲ ਦੇ ਲਈ ਤਾਂ ਇਜਾਜ਼ਤ ਦਿਓ ਜੀ, ਫਿਰ ਤੋਂ ਮਿਲਾਂਗੇ ਦ ਮਾਰਨਿੰਗ ਸ਼ੋਅ ਦੇ ਵਿੱਚ, ਨਵੀਆਂ ਗੱਲਾਂ ਲੈ ਕੇ ਆਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।